वाहिगुरू जी का खालसा वाहिगुरू जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ मेरे ਮਨਿੰਦਰ कौर ਵੱਲੋਂ प्यार भरी सत श्री अकाल। किताब 1984 भाग तीजा पन्ना नंबर 39 शहीदी परंपरा। ਜਦੋਂ ਇਤਿਹਾਸ ਦਾ ਮਾਣਮੱਤੀ ਲੋਕ ਧਾਰਾ ਨਾਲ ਸੁਮੇਲ ਹੋ ਜਾਂਦਾ ਹੈ ਤਾਂ ਪੁਰਾਣਿਕ ਕਥਾਵਾਂ ਜਨਮ ਧਾਰ ਲੈਂਦੀਆਂ ਹਨ। ਸਿੱਖ ਪੰਥ ਦੀ ਇਹ ਖਾਸ ਕੌਮੀ ਵਿਲੱਖਣਤਾ ਹੈ ਕਿ ਉਹ ਆਪਣੇ ਸ਼ਹੀਦਾਂ ਤੇ ਸੂਰਮਿਆਂ ਪ੍ਰਤੀ ਹੱਦੋਂ ਵੱਧ ਨਿਸ਼ਠਾਵਾਨ ਤੇ ਭਾਵੁਕ ਹੈ। ਧਰਮ ਹੇਤ ਕੁਰਬਾਨ ਹੋਏ ਸ਼ਹੀਦ ਸਿੱਖ ਕੌਮ ਦੇ ਸੱਭਿਆਚਾਰਕ ਆਦਰਸ਼ ਹਨ। ਸਿੱਖ ਇਤਿਹਾਸ ਸੱਭਿਆਚਾਰ ਤੇ ਪਰੰਪਰਾ ਅੰਦਰ ਸ਼ਹੀਦਾਂ ਤੇ ਨਾਇਕਾਂ ਦਾ ਮਰਤਬਾ ਬਹੁਤ ਉੱਚਾ ਹੈ, ਇੱਕਦਮ ਪੂਜਣਯੋਗ। ਸ਼ਹੀਦ ਸਿੱਖ ਇਤਿਹਾਸ ਦਾ ਗੌਰਵ ਹਨ, ਵਿਰਸੇ ਦੀ ਸ਼ੋਭਾ ਜਿਨ੍ਹਾਂ ਉੱਤੇ ਸਿੱਖਾਂ ਨੂੰ ਚੇਚਾ ਮਾਣ ਹੈ। ਸਿੱਖ ਹਿਰਦਿਆਂ ਅੰਦਰ ਉਹਨਾਂ ਪ੍ਰਤੀ ਅਟੁੱਟ ਡੂੰਘੀ ਸ਼ਰਧਾ ਤੇ ਅਸ਼ੱਦ ਸਤਿਕਾਰ ਹੈ। ਨਾਲ ਹੀ ਮਨਾਂ ਅੰਦਰ ਉਹਨਾਂ ਵਰਗੇ ਬਣਨ ਦੀ ਧੂਮੀ ਆਰਜ਼ੂ ਹੈ। ਸਿੱਖ ਇਤਿਹਾਸ ਦੀ ਸਿਰਜਣਾ ਵਿੱਚ ਸ਼ਹਾਦਤ ਦੀ ਭੂਮਿਕਾ ਇੰਨੀ ਗੂੜੀ ਤੇ ਉੱਭਰਵੀਂ ਹੈ ਕਿ ਸ਼ਹੀਦਾਂ ਤੋਂ ਬਿਨਾਂ ਸਿੱਖ ਇਤਿਹਾਸ ਨੂੰ ਚਿਤਵਿਆ ਨਹੀਂ ਜਾ ਸਕਦਾ। ਉਹਨਾਂ ਇਤਿਹਾਸ ਸਿਰਜਿਆ ਹੀ ਨਹੀਂ, ਉਹਨਾਂ ਇਸ ਦਾ ਵਹਿਣ ਹੀ ਬਦਲ ਕੇ ਰੱਖ ਦਿੱਤਾ। ਸਿੱਖ ਜਿੰਨੀ ਸ਼ਿੱਦਤ ਤੇ ਅਦਬ ਪਿਆਰ ਦੇ ਨਾਲ ਆਪਣੇ ਸ਼ਹੀਦਾਂ ਤੇ ਨਾਇਕਾਂ ਨੂੰ ਯਾਦ ਕਰਦੇ ਹਨ, ਸ਼ਾਇਦ ਹੀ ਕੋਈ ਹੋਰ ਕੌਮ ਕਰਦੀ ਹੋਵੇ। ਉਹ ਉਹਨਾਂ ਨੂੰ ਮੁੜ ਚੇਤੇ ਕਰਦੇ ਹਨ। ਉਹਨਾਂ ਦੇ ਅਦੁੱਤੀ ਕਾਰਨਾਮਿਆਂ ਨੂੰ ਵਾਰ-ਵਾਰ ਚਿਤਾਰਿਆ ਜਾਂਦਾ ਹੈ। ਹਰ ਸੁਬਾਹ ਸ਼ਾਮ ਅਰਦਾਸ ਵਿੱਚ ਉਹਨਾਂ ਦਾ ਅਨੰਤ ਸ਼ਰਧਾ ਨਾਲ ਉਲੇਖ ਕੀਤਾ ਜਾਂਦਾ ਹੈ। ਢਾਡੀਆਂ ਦੁਆਰਾ ਸ਼ਹੀਦਾਂ ਦੇ ਸਬਰ, ਸਿਦਕ, ਸਿਰੜ, ਹੌਸਲੇ, ਪਰਸੁਆਰਥ ਤੇ ਸੂਰਬੀਰਤਾ ਦੀਆਂ ਉਹਨਾਂ ਦੀ ਆਪਣੇ ਗੁਰੂ ਨਾਲ ਅਟੁੱਟ ਪ੍ਰੀਤ ਤੇ ਆਪਣੇ ਧਰਮ ਵਿੱਚ ਅਡੋਲ ਨਿਸ਼ਠਾ ਦੀਆਂ ਅਤੇ ਉਹਨਾਂ ਦੀਆਂ ਲਾਸਾਨੀ ਸ਼ਹਾਦਤਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਹਨ। 19ਵੀਂ ਸਦੀ ਦੀ ਆਖਰੀ ਚੌਥਾਈ ਦੇ ਇੱਕ ਉੱਘੇ ਸਿੱਖ ਵਿਦਵਾਨ, ਲੇਖਕ, ਸਿੱਖਿਆ ਸ਼ਾਸਤਰੀ ਤੇ ਸਮਾਜ ਸੁਧਾਰਕ ਭਗਤ ਲਛਮਣ ਸਿੰਘ ਦੀ ਸਿੱਖ ਸ਼ਹੀਦਾਂ ਬਾਰੇ ਲੇਖ ਰਚਨਾ ਦਾ ਹੇਠਾਂ ਦਿੱਤਾ ਅੰਸ਼ ਸਿੱਖਾਂ ਦੀ ਆਪਣੇ ਸ਼ਹੀਦਾਂ ਪ੍ਰਤੀ ਸ਼ਰਧਾ ਤੇ ਸਨੇਹ ਭਾਵ ਦੀ ਸਹੀ ਤਸਵੀਰ ਮੁਹੱਈਆ ਕਰਦਾ ਹੈ। ਮੈਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਿਲ ਵਿੰਨਵੀਂ ਘਟਨਾ ਵਾਲੀ ਜਗ੍ਹਾ, ਜਿੱਥੇ ਉਹਨਾਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਦਿੱਤਾ ਗਿਆ ਸੀ, ਦੇ ਦਰਸ਼ਨ ਕੀਤੇ ਹਨ। ਮੈਂ ਜਿੰਨਾ ਚਿਰ ਉੱਥੇ ਰਿਹਾ, ਮੈਨੂੰ ਇੱਕ ਭਾਰੀ ਬੋਝ ਨੇ ਦਬਾਈ ਰੱਖਿਆ। ਮੈਂ ਨਾ ਕੁਝ ਮੂੰਹੋਂ ਬੋਲ ਸਕਿਆ ਤੇ ਨਾ ਕੁਝ ਮੰਗ ਸਕਿਆ। ਮੈਂ ਚੱਲਦੇ ਫਿਰਦੇ ਬੁੱਤ ਵਾਂਗ ਆਪਣੇ ਗਾਈਡ ਦੇ ਮਗਰੇ ਤੁਰਦਾ ਰਿਹਾ, ਇੱਕ ਯਾਦਗਾਰ ਤੋਂ ਦੂਜੀ ਯਾਦਗਾਰ ਤੱਕ। ਅੰਤ ਵਿੱਚ ਜਾ ਕੇ ਅਸੀਂ ਉਸ ਬੁਰਜ ਦੀ ਛੱਤ ਤੇ ਚਲੇ ਗਏ ਜਿੱਥੇ ਪੂਜਨੀਕ ਮਾਤਾ ਗੁਜਰੀ ਜੀ ਨੂੰ ਕੈਦ ਕੀਤਾ ਗਿਆ ਸੀ ਅਤੇ ਜਿੱਥੇ ਅਖੀਰ ਨੂੰ ਉਹਨਾਂ ਆਪਣੇ ਸਵਾਸ ਤਿਆਗ ਦਿੱਤੇ ਸਨ। ਮੈਂ ਆਪਣੇ ਸਾਥੀ ਨੂੰ ਉੱਥੋਂ ਵਾਪਸ ਮੋੜ ਦਿੱਤਾ। ਮੈਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਪ੍ਰਤੀਤ ਹੋਈ ਅਤੇ ਭਾਰੀ ਮੁਸ਼ਕਲ ਤੋਂ ਬਾਅਦ ਹੀ ਮੈਂ ਆਪਣੇ ਆਪ ਨੂੰ ਸ਼ਾਂਤ ਕਰ ਪਾਇਆ। ਮੈਂ ਉੱਤਰੀ ਬਾਹੀ ਦੇ ਜੰਗਲੇ ਨਾਲ ਢੋ ਲਾ ਕੇ ਖੜਾ ਹੋ ਗਿਆ, ਠੀਕ ਉਸ ਜਗ੍ਹਾ ਜਿਸ ਨੂੰ ਮਾਤਾ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਨਸੀਬ ਹੋਈ ਸੀ। ਉਸ ਪਵਿੱਤਰ ਜਗ੍ਹਾ ਨੂੰ ਮੈਂ ਅੱਖਾਂ 'ਚੋਂ ਤ੍ਰਿਪ ਵਗਦੀ ਹੰਝੂਆਂ ਦੀ ਧਾਰ ਨਾਲ ਧੋ ਦਿੱਤਾ। ਪਤਾ ਨਹੀਂ ਮੈਂ ਹੋਰ ਕਿੰਨਾ ਚਿਰ ਉਸ ਜਗ੍ਹਾ 'ਤੇ ਸੁੰਨ ਹੋਏ ਖਲੋਤੇ ਰਹਿਣਾ ਸੀ ਜੇਕਰ ਤਾਂਗੇ ਵਾਲੇ ਨੇ ਆਵਾਜ਼ ਮਾਰ ਕੇ ਮੇਰੀ ਸੁਰਤ ਵਾਪਸ ਨਾ ਮੋੜ ਲਿਆਂਦੀ ਹੁੰਦੀ। ਸਿੱਖ ਧਰਮ ਅੰਦਰ ਕੋਈ ਵਿਅਕਤੀ ਖਾਲੀ ਨਾਉ ਕਮਾਉਣ ਲਈ ਜਾਂ ਮਰਨ ਦਾ ਠਰਕ ਪੂਰਾ ਕਰਨ ਲਈ ਅਤੇ ਜਾਂ ਜਿਵੇਂ ਕਿ ਕੁਰਬਾਨੀ ਨੂੰ ਹਿੰਦੂ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ, ਕਿਸੇ ਦੇਵੀ ਦੇਵਤੇ ਨੂੰ ਰੁਝਾਉਣ ਲਈ ਜਾਨ ਦੀ ਬਲੀ ਨਹੀਂ ਦਿੰਦਾ। ਨਾ ਹੀ ਇਸਲਾਮ ਤੇ ਈਸਾਈ ਵਿਸ਼ਵਾਸ ਮੁਤਾਬਕ ਕਿਸੇ ਸਵਰਗ ਦੀਆਂ ਸੁੱਖ ਸਹੂਲਤਾਂ ਮਾਣਨ ਲਈ ਜਾਨ ਕੁਰਬਾਨ ਕਰਦਾ ਹੈ। ਇਸ ਸਭ ਕੁਝ ਤੋਂ ਹਟ ਕੇ ਉਹ ਕੁਝ ਖਾਸ ਅਸੂਲਾਂ ਤੇ ਆਦਰਸ਼ਾਂ ਲਈ ਆਪਾ ਕੁਰਬਾਨ ਕਰਦਾ ਹੈ। ਸਿੱਖ ਸ਼ਹਾਦਤ ਦਾ ਅਸੂਲਾਂ ਤੇ ਆਦਰਸ਼ਾਂ ਨਾਲ ਜੁੜੇ ਹੋਣਾ ਇਸ ਨੂੰ ਨਿਆਰਾ ਮਹੱਤਵ ਪ੍ਰਦਾਨ ਕਰਦਾ ਹੈ। ਇਸੇ ਤਰ੍ਹਾਂ ਸਿੱਖ ਸ਼ਹਾਦਤ ਦਾ ਇੱਕ ਹੋਰ ਨਿਆਰਾ ਤੇ ਅਹਿਮ ਪੱਖ ਇਹ ਹੈ ਕਿ ਇਸ ਦੇ ਥੀਮ ਅੰਦਰ ਵੱਖਰੀ ਪਛਾਣ ਦਾ ਸੰਕਲਪ ਗੂੜੀ ਤਰ੍ਹਾਂ ਸਮਾਇਆ ਹੋਇਆ ਹੈ। ਇਤਿਹਾਸ ਅੰਦਰ ਸਿੱਖ ਕੁਰਬਾਨੀਆਂ ਦਾ ਉਗੜਵਾਂ ਲੱਛਣ ਇਹਨਾਂ ਦਾ ਸਿੱਖ ਪੰਥ ਦੀ ਆਪਣੇ ਨਿਆਰੇਪਣ ਦੀ ਰਾਖੀ ਦੇ ਕਰਮ ਨਾਲ ਜੁੜੇ ਹੋਣਾ ਹੈ। ਪੰਜਵੇਂ ਤੇ ਨੌਵੇਂ ਪਾਤਸ਼ਾਹ ਸਮੇਤ ਪੁਰਾਤਨ ਸਿੱਖ ਸ਼ਹੀਦਾਂ ਦੁਆਰਾ ਵੇਲੇ ਦੀ ਹੁਕਮਰਾਨ ਸ਼ਕਤੀ ਦੀਆਂ ਮੁਸਲਮ ਧਰਮ ਕਬੂਲ ਕਰ ਲੈਣ ਦੀਆਂ ਪੇਸ਼ਕਸ਼ਾਂ ਨੂੰ ਹਕਾਰਤ ਨਾਲ ਠੁਕਰਾ ਦੇਣ ਦੇ ਪੈਂਤੜੇ ਪਿੱਛੇ ਉਹਨਾਂ ਦਾ ਆਪਣੀ ਨਿਆਰੀ ਧਾਰਮਿਕ ਹਸਤੀ ਨਾਲ ਲਗਾਓ ਤੇ ਇਸ ਦੇ ਵਾਸਤੇ ਜਾਨ ਤੱਕ ਨਿਛਾਵਰ ਕਰ ਦੇਣ ਦਾ ਮੂੰਹ ਜ਼ੋਰ ਜਜ਼ਬਾ ਪ੍ਰਤੱਖ ਜ਼ਾਹਰ ਹੁੰਦਾ ਹੈ। ਪੁਰਾਤਨ ਸਿੱਖ ਸਾਹਿਤ ਅੰਦਰ ਇਸ ਪੱਖ ਉੱਤੇ ਖਾਸ ਤੌਰ ਤੇ ਬਲ ਦਿੱਤਾ ਗਿਆ ਹੈ। ਰਾਮ ਰਾਏ ਦੀ ਸਾਖੀ ਤੋਂ ਇਹ ਸੱਚ ਸਵੈ ਸਿੱਧ ਹੀ ਪ੍ਰਗਟ ਹੋ ਉੱਠਦਾ ਹੈ ਕਿ ਮਸਲਾ ਸਿਰਫ ਬਾਹਰੀ ਸਰੂਪ, ਬਾਹਰੀ ਚਿੰਨ੍ਹਾਂ ਦਾ ਹੀ ਨਹੀਂ ਸੀ, ਸਗੋਂ ਬਰਾਬਰ ਵਿਚਾਰਧਾਰਾ ਦਾ ਵੀ ਸੀ। ਸੱਤਵੇਂ ਗੁਰੂ ਨੇ ਆਪਣੇ ਹੀ ਪੁੱਤਰ ਦੀ ਸਿਧਾਂਤਕ ਥਿੜਕਣ ਦਾ ਤਿੱਖਾ ਨੋਟਿਸ ਲੈਂਦਿਆਂ ਇਸ ਵਿਰੁੱਧ ਅਡੋਲ ਅਸੂਲੀ ਪੋਜੀਸ਼ਨ ਅਖਤਿਆਰ ਕਰਕੇ ਸਿੱਖਾਂ ਨੂੰ ਇਹ ਤਾੜਵਾਂ ਸੰਦੇਸ਼ ਦੇ ਦਿੱਤਾ ਸੀ ਕਿ ਵੇਲੇ ਦੀ ਹੁਕਮਰਾਨ ਤਾਕਤ ਦੇ ਜ਼ੁਲਮਾਂ ਤੋਂ ਡਰਦਿਆਂ ਜਾਂ ਉਸ ਨਾਲ ਸਮਝੌਤੇ ਦੀ ਲਾਲਸਾ ਨਾਲ ਕੋਈ ਵਿਚਾਲੇ ਦਾ ਰਸਤਾ ਤਲਾਸ਼ਣ ਦੀ ਰੁਚੀ ਵਸ
ਸਿੱਖ ਸਿਧਾਂਤਾਂ ਅੰਦਰ ਕੋਈ ਤੋੜ ਫੋੜ ਜਾਂ ਫੇਰ ਬਦਲ ਕਰਨ ਦੇ ਯਤਨ ਨੂੰ ਕਿਸੇ ਵੀ ਸੂਰਤ ਪ੍ਰਵਾਨਗੀ ਨਹੀਂ ਮਿਲੇਗੀ ਅਤੇ ਅਜਿਹੀ ਬੱਜਰ ਸਿਧਾਂਤਕ ਕੁਰਹਿਤ ਕਰਨ ਵਾਲੇ ਨੂੰ ਸਿੱਖ ਪੰਥ ਵੱਲੋਂ ਹਮੇਸ਼ਾ ਲਈ ਧਿਕਾਰ ਦਿੱਤਾ ਜਾਵੇਗਾ। ਸੋ ਸਿੱਖ ਸ਼ਹਾਦਤ ਦੇ ਅਮਲ ਨਾਲ ਸੁਭਾਵਿਕ ਤੇ ਅਟੱਲ ਰੂਪ ਵਿੱਚ ਸਿੱਖ ਕੌਮ ਅੰਦਰ ਨਿਆਰੀ ਹਸਤੀ ਦਾ ਜਜ਼ਬਾ ਪ੍ਰਫੁੱਲਤ ਹੁੰਦਾ ਹੈ। ਵੇਲੇ ਦੀ ਹੁਕਮਰਾਨ ਤਾਕਤ ਨੇ ਜਦ ਵੀ ਕਿਸੇ ਵੀ ਕਾਰਨ ਕਰਕੇ ਸਿੱਖ ਕੌਮ ਦੇ ਨਿਆਰੇਪਣ ਨੂੰ ਨਕਾਰਨ ਜਾਂ ਮਿਟਾਉਣ ਦੀ ਜਿੱਦ ਕੀਤੀ ਹੈ ਤਾਂ ਸਿੱਖ ਕੌਮ ਨੇ ਸ਼ਹਾਦਤਾਂ ਦੀ ਝੜੀ ਲਾ ਕੇ ਆਪਣੇ ਇਸ ਨਿਆਰੇਪਣ ਨੂੰ ਹਮੇਸ਼ਾ ਬੁਲੰਦ ਰੱਖਿਆ ਹੈ। ਅਸਲ ਵਿੱਚ ਸਿੱਖ ਜਦ ਵਿਰੋਧੀ ਵਰਗ ਦੇ ਜ਼ੁਲਮਾਂ ਦਾ ਟਾਕਰਾ ਕਰ ਰਹੇ ਹੁੰਦੇ ਹਨ ਤਾਂ ਆਪਣੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਜ਼ਰੀਏ ਉਹ ਆਪਣੇ ਲਹੂ ਨਾਲ ਵਿਰੋਧੀ ਵਰਗ ਨਾਲੋਂ ਵਖਰੇਵੇਂ ਦੀ ਗੂੜੀ ਅਮਿੱਟ ਲੀਕ ਖਿੱਚ ਰਹੇ ਹੁੰਦੇ ਹਨ। ਉਹ ਵਿਰੋਧੀ ਵਰਗ ਨੂੰ ਆਪਣੇ ਨਾਲੋਂ ਅਲੱਗ ਹੀ ਨਹੀਂ, ਉਸ ਨੂੰ ਨੈਤਿਕ ਪੱਖ ਤੋਂ ਗੁਨਾਹਗਾਰ ਵੀ ਸਾਬਤ ਕਰ ਰਹੇ ਹੁੰਦੇ ਹਨ। ਆਪਣੀ ਨਿਡਰਤਾ ਤੇ ਸੂਰਮ ਗਤੀ ਨਾਲ ਉਹ ਦੁਸ਼ਮਣ ਨੂੰ ਕਾਇਰ ਤੇ ਕਮਜ਼ੋਰ ਦਰਸਾ ਰਹੇ ਹੁੰਦੇ ਹਨ। ਇਸ ਕਰਕੇ ਸਿੱਖ ਜਦ ਆਪਣੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਨੂੰ ਉਚਿਆ ਰਹੇ ਹੁੰਦੇ ਹਨ ਤਾਂ ਇਸ ਨਾਲ ਉਹ ਆਪਣੇ ਵਿਰੋਧੀ ਵਰਗ ਨਾਲੋਂ ਖਿੱਚੀ ਨਿਖੇੜੇ ਦੀ ਲੀਕ ਨੂੰ ਹੋਰ ਗੂੜਾ ਕਰ ਰਹੇ ਹੁੰਦੇ ਹਨ। ਠੀਕ ਇਹੀ ਵਜ੍ਹਾ ਹੈ ਕਿ ਹਰ ਯੁੱਗ ਅੰਦਰ ਨਿਆਰੀ ਸਿੱਖ ਹਸਤੀ ਨੂੰ ਮਿਟਾਉਣ ਤੇ ਤੁਲੇ ਹਰ ਹਾਕਮ, ਉਹਨਾਂ ਦਾ ਧਰਮ, ਨਸਲ ਜਾਂ ਜਾਤ ਕੋਈ ਵੀ ਹੋਵੇ, ਨੇ ਸਿੱਖ ਸ਼ਹਾਦਤਾਂ ਦੀ ਆਭਾ ਨੂੰ ਧੁੰਦਲਿਆਂ ਪਾਉਣ ਅਤੇ ਇਹਨਾਂ ਦੇ ਅਰਥਾਂ ਤੇ ਮਹੱਤਵ ਨੂੰ ਪੇਤਲੇ ਪਾਉਣ ਦੇ ਪੁਰਜ਼ੋਰ ਯਤਨ ਕੀਤੇ ਹਨ। ਇਹੀ ਵਜ੍ਹਾ ਸੀ ਕਿ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਭਾਰਤ ਦੇ ਹਿੰਦੂ ਹੁਕਮਰਾਨ ਵਰਗ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗ ਗਿਆ ਸੀ ਕਿ ਜਿਵੇਂ ਕਿਵੇਂ ਵੀ ਸਿੱਖਾਂ ਨੂੰ ਦਰਬਾਰ ਸਾਹਿਬ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਸਿੱਖ ਜੁਝਾਰੂਆਂ ਤੋਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਤਾਂ ਖਾਸ ਕਰਕੇ ਹੀ ਬੇਮੁਖ ਹੋਣ ਲਈ ਪ੍ਰੇਰਿਆ ਹੋਵੇ। ਉਹਨਾਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਕਿ ਇਹਨਾਂ ਜੁਝਾਰੂਆਂ ਨੂੰ ਕਿਸੇ ਤਰ੍ਹਾਂ ਵੀ ਸਿੱਖਾਂ ਦੇ ਕੌਮੀ ਸ਼ਹੀਦ ਦਾ ਰੁਤਬਾ ਨਾ ਦਿੱਤਾ ਜਾਵੇ, ਇਹਨਾਂ ਦੀਆਂ ਸ਼ਹੀਦੀ ਯਾਦਗਾਰਾਂ ਕਾਇਮ ਨਾ ਕੀਤੀਆਂ ਜਾਣ, ਸਿੱਖ ਅਰਦਾਸ ਅੰਦਰ ਇਹਨਾਂ ਦਾ ਕਿਸੇ ਵੀ ਰੂਪ ਵਿੱਚ ਸਿੱਧਾ ਜਾਂ ਅਸਿੱਧਾ ਜ਼ਿਕਰ ਨਾ ਕੀਤਾ ਜਾਵੇ ਅਤੇ ਇਹਨਾਂ ਦੇ ਸ਼ਹੀਦੀ ਕਰਮ ਨੂੰ ਕਿਸੇ ਵੀ ਤਰ੍ਹਾਂ ਨਾਲ ਸਲਾਹਿਆ ਤੇ ਉਚਿਆਇਆ ਨਾ ਜਾਵੇ। ਕਿਉਂਕਿ ਆਪਣੀ ਵਿਰਾਸਤ ਤੇ ਪਹਿਰਾ ਦਿੰਦਿਆਂ ਇਹਨਾਂ ਸਿੰਘਾਂ ਨੇ ਆਪਣੇ ਲਹੂ ਨਾਲ ਹਿੰਦੂ ਸਮਾਜ ਨਾਲੋਂ ਸਿੱਖ ਪੰਥ ਦੇ ਵੱਖਰੇਪਣ ਦੀ ਜੋ ਗੂੜੀ ਲੀਕ ਵਾਹ ਦਿੱਤੀ ਸੀ, ਉਹ ਲੀਕ ਹਿੰਦੂ ਹਾਕਮਾਂ ਲਈ ਡੂੰਘੀ ਚਿੰਤਾ ਤੇ ਪਰੇਸ਼ਾਨੀ ਦਾ ਕਾਰਨ ਬਣ ਗਈ ਸੀ। ਉਹ ਇਸ ਲੀਕ ਨੂੰ ਮਿਟਾ ਦੇਣ ਤੇ ਤਹੂ ਸਨ। ਇਸ ਮਕਸਦ ਲਈ ਉਹਨਾਂ ਜੋ ਤਰਕੀਬਾਂ ਘੜੀਆਂ ਅਤੇ ਸਿੱਖਾਂ ਅੰਦਰਲੇ ਹੀ ਕੁਝ ਤੱਤਾਂ ਦਾ ਜਿਸ ਕਦਰ ਆਪਣੇ ਹੱਥ ਠੋਕਿਆਂ ਵਜੋਂ ਇਸਤੇਮਾਲ ਕੀਤਾ, ਇਸ ਦਾ ਜ਼ਿਕਰ ਕਿਤੇ ਅੱਗੇ ਜਾ ਕੇ ਕੀਤਾ ਜਾਵੇਗਾ। ਸ਼ਹੀਦੀ ਪਰੰਪਰਾ ਸਿੱਖਾਂ ਅੰਦਰ ਸਵੈ ਸਿੱਧ ਹੀ ਸਿਰਤਾਜਗੀ ਅਥਵਾ ਸਵਰਨਟੀ ਦੇ ਜਜ਼ਬੇ ਨੂੰ ਬਲ ਬਖਸ਼ਦੀ ਹੈ। ਸਿੱਖਾਂ ਦਾ ਇਹ ਵਿਸ਼ਵਾਸ ਹੈ ਕਿ ਉਹਨਾਂ ਨੂੰ ਸਿਰਤਾਜਗੀ ਗੁਰੂ ਸਾਹਿਬਾਨ ਨੇ ਬਖਸ਼ੀ ਹੈ। ਇਹ ਉਹਨਾਂ ਦਾ ਜਨਮ ਸਿੱਧ ਅਤੇ ਸੁਤੰਤਰ ਅਧਿਕਾਰ ਹੈ ਅਤੇ ਇਸ ਅਧਿਕਾਰ ਨੂੰ ਮਾਨਣ ਲਈ ਉਹ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਸਿੱਖਾਂ ਦਾ ਇਹ ਵੀ ਪੱਕਾ ਵਿਸ਼ਵਾਸ ਹੈ ਕਿ ਜ਼ੁਲਮਾਂ ਤੇ ਕੁਰਬਾਨੀਆਂ ਨਾਲ ਪਾਪ ਦਾ ਬੇੜਾ ਭਰ ਕੇ ਡੁੱਬ ਜਾਂਦਾ ਹੈ। ਜਿਵੇਂ ਗੁਰੂ ਸਾਹਿਬਾਨ ਤੇ ਹੋਰਨਾਂ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਮੁਗਲ ਹਕੂਮਤ ਦੇ ਪਾਪਾਂ ਦਾ ਬੇੜਾ ਅੰਤ ਨੂੰ ਡੁੱਬ ਗਿਆ ਸੀ ਅਤੇ ਫਿਰ ਸਿੱਖਾਂ ਵੱਲੋਂ ਵਸੀਹ ਪੈਮਾਨੇ ਤੇ ਝੱਲੇ ਜ਼ੁਲਮਾਂ ਤੇ ਉਹਨਾਂ ਦੀਆਂ ਸਿਦਕ ਭਰੀਆਂ ਕੁਰਬਾਨੀਆਂ ਸਦਕਾ ਭਾਰਤ ਵਿੱਚੋਂ ਬਰਤਾਨਵੀ ਸਾਮਰਾਜ ਦਾ ਸੂਰਜ ਅਸਤ ਹੋ ਗਿਆ ਸੀ, ਉਵੇਂ ਹੀ ਭਾਰਤ ਦੇ ਮੌਜੂਦਾ ਹੁਕਮਰਾਨਾਂ ਵੱਲੋਂ ਸਿੱਖ ਪੰਥ ਉੱਤੇ ਢਾਹੇ ਗਏ ਅਤੇ ਢਾਹੇ ਜਾ ਰਹੇ ਘਿਣਾਉਣੇ ਜ਼ੁਲਮਾਂ ਦਾ ਨਤੀਜਾ ਵੀ ਹਿੰਦੂ ਸਲਤਨਤ ਦੇ ਖੇਰੂ ਖੇਰੂ ਹੋਣ ਵਿੱਚ ਨਿਕਲੇਗਾ। ਸਿੱਖਾਂ ਦਾ ਇਹ ਵਿਸ਼ਵਾਸ ਤੇ ਗੁਰੂ ਵਿੱਚ ਅਡੋਲ ਨਿਸ਼ਚਾ ਹੀ ਉਹਨਾਂ ਨੂੰ ਇਤਿਹਾਸ ਅੰਦਰ ਸਰਗਰਮ ਹੋਣ ਲਈ ਪ੍ਰੇਰਦਾ ਹੈ। ਉੱਗੀ ਮਾਨਵ ਵਿਗਿਆਨੀ ਜੋਇਸ ਪੈਟੀਗਰੀਓ, ਜਿਸ ਨੇ ਸਿੱਖ ਪਰੰਪਰਾ ਤੇ ਸੱਭਿਆਚਾਰ ਨੂੰ ਡੂੰਘਾ ਉਤਰ ਕੇ ਸਮਝਣ ਦੇ ਯਤਨ ਕੀਤੇ ਹਨ, ਦੀ ਅਜੋਕੇ ਸਿੱਖ ਸੰਘਰਸ਼ ਬਾਰੇ ਇਹ ਸਿਧਾਂਤਕ ਧਾਰਨਾ ਗਹਿਰਾ ਧਿਆਨ ਖਿੱਚਦੀ ਹੈ ਕਿ ਇਹ ਮਹਿਜ਼ ਰੋਜ਼ਮਰਾ ਜ਼ਿੰਦਗੀ ਦੇ ਵਾਕਿਆਤ ਹੀ ਨਹੀਂ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਭਾਰਤੀ ਰਾਜ ਵਿਰੁੱਧ ਹਥਿਆਰ ਉਠਾਉਣ ਲਈ ਉਤੇਜਿਤ ਕੀਤਾ। ਸਿੱਖ ਧਾਰਮਿਕ ਪਰੰਪਰਾ ਦੇ ਕੁਝ ਪਹਿਲੂ ਹੀ ਅਜਿਹੇ ਹਨ ਜਿਨ੍ਹਾਂ 'ਚੋਂ ਰਾਜ ਵਿਰੁੱਧ ਟੱਕਰ ਲੈਣ ਦਾ ਵਿਚਾਰ ਪ੍ਰਗਟ ਹੋਇਆ। ਖਾਸ ਕਰਕੇ ਇਹ ਧਾਰਨਾ ਕਿ ਸਮਾਜ ਅੰਦਰ ਨਿਆਂ ਬਹਾਲ ਕਰਨ ਲਈ ਤਾਕਤ ਦੀ ਵਰਤੋਂ ਕਰਨਾ ਸਿੱਖਾਂ ਦਾ ਅਧਿਕਾਰ ਵੀ ਹੈ ਤੇ ਨਾਲ ਹੀ ਧਾਰਮਿਕ ਫਰਜ਼ ਵੀ, ਅਤੇ ਇਹ ਵੀ ਕਿ ਲੜਾਈ ਹੱਸਦਿਆਂ ਹੱਸਦਿਆਂ ਤੇ ਬੁਲੰਦ ਹੌਸਲੇ ਨਾਲ ਲੜੀ ਜਾਵੇ ਅਤੇ ਇਸ ਵਿੱਚ ਕੋਈ ਕਮਜ਼ੋਰੀ ਨਾ ਦਿਖਾਈ ਜਾਵੇ। ਹਥਿਆਰਬੰਦ ਹੋ ਕੇ ਜਾਬਰ ਨਾਲ ਟੱਕਰ ਲੈਣ ਦੇ ਕਰਮ ਨੂੰ ਕੁਝ ਖਾਸ ਕਿਸਮ ਦੇ ਪਾਪਾਂ ਤੇ ਸਮੁੱਚੇ ਜ਼ੁਲਮਾਂ ਵਿਰੁੱਧ ਸ਼ਾਨਮੱਤਾ ਨੈਤਿਕ ਪ੍ਰਤੀਕਰਮ ਮੰਨਿਆ ਜਾਂਦਾ ਹੈ। ਇਸ ਕਰਕੇ ਖੁਦ ਮੁਖਤਿਆਰੀ ਅਤੇ ਫਿਰ ਸਿਰਤਾਜਗੀ ਲਈ ਲਾਮਬੰਦੀ ਦੇ ਅਮਲ ਅੰਦਰ ਭਲੇ ਹੀ ਜਨ ਸਮੂਹ ਦੇ ਸਰੋਕਾਰਾਂ ਨੂੰ ਮੁੱਖ ਰੱਖਿਆ ਗਿਆ, ਪਰ ਇਸ ਜਦੋਜਹਿਦ ਦੇ ਸੱਭਿਆਚਾਰ ਤੇ ਧਾਰਮਿਕ ਸੰਦਰਭ ਬਹੁਤ ਅਹਿਮੀਅਤ ਰੱਖਦੇ ਹਨ। ਖਾੜਕੂ ਸੰਘਰਸ਼ ਵਿੱਚ ਸ਼ਾਮਲ ਸਭਨਾਂ ਲੋਕਾਂ ਦਾ ਇਹ ਦ੍ਰਿੜ ਵਿਸ਼ਵਾਸ ਸੀ ਕਿ 1699 ਤੋਂ ਹੀ ਸਿੱਖ ਇੱਕ ਵੱਖਰੀ ਕੌਮ ਹਨ। ਸ਼ਹਾਦਤ ਦਾ ਅਮਲ ਸਿੱਖ ਪੰਥ ਅੰਦਰ ਕੌਮੀਅਤ ਦਾ ਸੰਕਲਪ ਤੇ ਜਜ਼ਬਾ ਦ੍ਰਿੜ ਕਰਦਾ ਹੈ। ਸਿੱਖ ਆਪਣੇ ਕਿਸੇ ਨਿੱਜੀ ਸਰੋਕਾਰ
ਲੋਭ ਲਾਲਚ ਜਾਂ ਫਾਇਦੇ ਲਈ ਆਪਾ ਨਹੀਂ ਵਾਰਦਾ। ਉਹ ਪੰਥ ਦੇ ਸਮੂਹਕ ਹਿੱਤਾਂ ਨੂੰ ਪ੍ਰਮੁੱਖ ਰੱਖ ਕੇ ਹੀ ਜ਼ੁਲਮਾਂ ਤੇ ਤਸੀਹਿਆਂ ਨੂੰ ਖਿੜੇ ਮੱਥੇ ਝੱਲਦਾ ਅਤੇ ਲੋੜ ਪੈਣ ਤੇ ਆਪਣੀ ਜਾਨ ਤੱਕ ਦੀ ਬਾਜ਼ੀ ਲਾ ਦਿੰਦਾ ਹੈ। ਇਸ ਤਰ੍ਹਾਂ ਸਿੱਖਾਂ ਦਾ ਇਹ ਸਾਂਝਾ ਲਕਸ਼, ਸਾਂਝੀ ਸੋਚ ਤੇ ਸਾਂਝਾ ਅਨੁਭਵ ਉਹਨਾਂ ਅੰਦਰ ਸੁਭਾਵਿਕ ਰੂਪ ਵਿੱਚ ਅਤੇ ਅਟੱਲ ਤੌਰ ਤੇ ਸਾਂਝੀ ਕੌਮੀ ਸਪਿਰਿਟ ਪੈਦਾ ਕਰਦਾ ਹੈ। ਪੈਟੀਗਰੀਓ ਦੇ ਸ਼ਬਦਾਂ ਵਿੱਚ, ਆਪਣੇ ਸੂਰਮਗਤੀ ਭਰੇ ਕਾਰਨਾਮਿਆਂ ਰਾਹੀਂ ਸਿੱਖ ਨਿਰਾਪੁਰਾ ਇੱਕ ਲੰਮੀ ਭਰਵੀਂ ਤੇ ਮਾਣਮੱਤੀ ਪਰੰਪਰਾ ਨੂੰ ਹੀ ਚਾਰ ਚੰਨ ਨਹੀਂ ਲਾਉਂਦੇ, ਸਗੋਂ ਉਹ ਪੰਥ ਦੀ ਨਿਗੂਣੀ ਹਸਤੀ ਨੂੰ ਵੱਡਾ ਮਹੱਤਵ ਬਖਸ਼ ਦਿੰਦੇ ਹਨ। ਪਿਛਲੀਆਂ 2 ਕੁ ਸਦੀਆਂ ਦੇ ਸਮੁੱਚੇ ਸਿੱਖ ਅਮਲ ਉੱਤੇ ਘੋਖਵੀਂ ਨਜ਼ਰ ਮਾਰਿਆਂ ਇਤਿਹਾਸ ਦਾ ਇਹ ਮਿਜਾਜ਼ ਪਛਾਣਨਾ ਔਖਾ ਨਹੀਂ ਕਿ ਸਿੱਖਾਂ ਅੰਦਰ ਕੁਰਬਾਨੀ ਤੇ ਸ਼ਹਾਦਤ ਦਾ ਜੋਸ਼ ਅਤੇ ਜਜ਼ਬਾ ਹਮੇਸ਼ਾ ਇੱਕੋ ਪੱਧਰ ਤੇ ਨਹੀਂ ਰਹਿੰਦਾ। ਇਹ ਕਈ ਵੇਰਾਂ ਲੰਮੀ ਮੁੱਦਤ ਤੱਕ ਸੁਸਤਾਇਆ, ਸਿਥਲ ਅਵਸਥਾ 'ਚ ਪਿਆ ਰਹਿੰਦਾ ਹੈ, ਪਰ ਫਿਰ ਕੁਦਰਤ ਦਾ ਕਹਿ ਲਓ ਜਾਂ ਹਾਲਤਾਂ ਦਾ ਕੋਈ ਅਜਿਹਾ ਢੋਅ ਢੁਕਦਾ ਹੈ ਕਿ ਇਹ ਮੁੜ ਤੋਂ ਦੂਣ ਸਵਾਏ ਜ਼ੋਰ ਨਾਲ ਕਿਰਿਆਸ਼ੀਲ ਹੋ ਉੱਠਦਾ ਹੈ। ਆਮ ਨਿਯਮ ਦੇ ਤੌਰ ਤੇ ਹੀ ਭਾਵੇਂ ਕਿ ਅਜਿਹੇ ਵਰਤਾਰਿਆਂ ਅੰਦਰ ਇਤਿਹਾਸਕ ਆਪ ਮੁਹਾਰਤਾ ਦੇ ਤਕੜੇ ਅੰਸ਼ ਮੌਜੂਦ ਹੁੰਦੇ ਹਨ, ਪਰ ਇਹ ਅਮਲ ਮੂਲੋਂ ਹੀ ਆਪ ਮੁਹਾਰਾ ਨਹੀਂ ਹੁੰਦਾ। ਹਰ ਵਾਰੀ ਇਤਿਹਾਸ ਦੇ ਮੰਚ ਤੇ ਇਸ ਅਮਲ ਨੂੰ ਸੇਧ ਤੇ ਉਗਾਸਾ ਦੇਣ ਵਾਲੀ ਕੋਈ ਕਰਤਾ ਮੁਖੀ ਤਾਕਤ ਹਾਜ਼ਰ ਹੁੰਦੀ ਹੈ, ਭਾਵੇਂ ਕਿ ਇਸ ਤਾਕਤ ਦੇ ਪ੍ਰਗਟ ਹੋਣ ਪਿੱਛੇ ਫਿਰ ਇਤਿਹਾਸ ਦੇ ਕੁਝ ਅਗੰਮੀ ਅਤੇ ਇਤਫਾਕੀਆ ਤੱਥ ਕੰਮ ਕਰ ਰਹੇ ਹੁੰਦੇ ਹਨ। ਦੇਖਿਆ ਗਿਆ ਹੈ ਕਿ ਪਿਛਲੇ ਲਗਭਗ 1.5 ਸਦੀ ਦੇ ਇਤਿਹਾਸ ਅੰਦਰ ਸਿੱਖਾਂ ਦੁਆਰਾ ਵੇਲੇ ਦੀ ਹੁਕਮਰਾਨ ਤਾਕਤ ਵਿਰੁੱਧ ਲੜੀ ਗਈ ਹਰ ਵੱਡੀ ਲੜਾਈ ਤੋਂ ਪਹਿਲਾਂ ਕੁਝ ਚੇਤੰਨ ਬੁੱਧ ਵਿਅਕਤੀਆਂ ਨੇ ਬਕਾਇਦਾ ਵਿਉਂਤਬੱਧ ਤਰੀਕੇ ਨਾਲ ਕੌਮ ਅੰਦਰ ਜਾਗਰਤੀ ਲਿਆਉਣ ਦੇ ਸੁਚੇਤ ਉਪਰਾਲੇ ਕੀਤੇ, ਜਿਸ ਵਿੱਚ ਸਿੱਖਾਂ ਅੰਦਰ ਕੁਰਬਾਨੀ ਤੇ ਸ਼ਹਾਦਤ ਦਾ ਜੋਸ਼ ਪੈਦਾ ਕਰਨ ਦੇ ਕਾਰਜ ਨੂੰ ਬਹੁਤ ਹੀ ਮਹੱਤਵਪੂਰਨ ਸਥਾਨ ਦਿੱਤਾ ਗਿਆ। ਇਸ ਮਕਸਦ ਲਈ ਬਿਨਾਂ ਛੋਟ ਸਿੱਖਾਂ ਦੇ ਸੂਰਮਗਤੀ ਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਉਚੇਚੇ ਤੌਰ ਤੇ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਢੰਗਾਂ ਨਾਲ ਚਿਤਾਰਿਆ ਤੇ ਪੁਕਾਰਿਆ ਜਾਂਦਾ ਰਿਹਾ। 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਅੰਦਰ ਗੁਰਦੁਆਰਾ ਸੁਧਾਰ ਲਹਿਰ ਦੇ ਰੂਪ 'ਚ ਜੋ ਜਾਨਦਾਰ ਸਿੱਖ ਉਭਾਰ ਵੇਖਣ ਨੂੰ ਮਿਲਿਆ, ਉਸ ਤੋਂ ਪਹਿਲਾਂ ਸਿੰਘ ਸਭਾ ਲਹਿਰ ਤੇ ਚੀਫ ਖਾਲਸਾ ਦੀਵਾਨ ਦੀਆਂ ਜਾਨਦਾਰ ਤੇ ਸੁਚੇਤ ਰੂਪ ਕੋਸ਼ਿਸ਼ਾਂ ਦਾ ਸਦਕਾ ਸਿੱਖ ਵਾਯੂਮੰਡਲ ਨੂੰ ਸ਼ਹੀਦੀ ਪਰੰਪਰਾ ਨਾਲ ਤਰਬਤਰ ਕੀਤਾ ਜਾ ਚੁੱਕਾ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ ਜਦ ਸਿੱਖਾਂ ਨੂੰ ਆਪਣੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਭਾਰਤ ਦੇ ਨਵੇਂ ਹਿੰਦੂ ਹਾਕਮਾਂ ਵਿਰੁੱਧ ਲੜਨ ਲਈ ਅਤੇ ਹਮੇਸ਼ਾ ਵਾਂਗ ਹੀ ਭਾਰੀ ਕੁਰਬਾਨੀਆਂ ਕਰਨ ਲਈ ਮਜਬੂਰ ਹੋਣਾ ਪਿਆ, ਤਾਂ ਸਿੱਖ ਕੌਮ ਦੀਆਂ ਅਗਵਾਨੂ ਤਾਕਤਾਂ ਅਕਾਲੀ ਦਲ ਨੇ ਕੌਮ ਅੰਦਰ ਜੰਗਜੂ ਸਪਿਰਿਟ ਪੈਦਾ ਕਰਨ ਲਈ ਸਿੱਖਾਂ ਦੇ ਸਦਕ ਤੇ ਕੁਰਬਾਨੀਆਂ ਭਰੇ ਇਤਿਹਾਸ ਅਤੇ ਵਿਰਸੇ ਦਾ ਮੁੜ ਆਸਰਾ ਤੱਕਿਆ। ਇਸ ਸੰਘਰਸ਼ ਦੇ ਪਹਿਲੇ ਤਾਜ਼ਾ ਦਮ ਦੌਰ ਅੰਦਰ ਆਮ ਕਿਰਿਆ ਦੇ ਤੌਰ ਤੇ ਹੀ ਕਿਤਾਬਾਂ ਤੇ ਟਰੈਕਟਾਂ ਦੇ ਰੂਪ 'ਚ ਬੀਰ ਰਸੀ ਸਾਹਿਤ ਛਾਪਣ ਵੰਡਣ ਤੋਂ ਇਲਾਵਾ ਅਕਾਲੀ ਦਲ ਦੁਆਰਾ ਪ੍ਰਕਾਸ਼ਿਤ ਕੀਤੇ ਜਾਂਦੇ ਰੋਜ਼ਾਨਾ ਅਖਬਾਰਾਂ ਜਥੇਦਾਰ ਅਕਾਲੀ ਵਗੈਰਾ ਵਿੱਚ ਕਰਮ ਸਿੰਘ ਜ਼ਖਮੀ ਤੇ ਗਿਆਨੀ ਭਜਨ ਸਿੰਘ ਦੇ ਇਤਿਹਾਸਕ ਬੀਰ ਰਸ ਨਾਵਲ ਉਚੇਚੇ ਤੌਰ ਤੇ ਲੜੀਵਾਰ ਰੂਪ 'ਚ ਛਾਪੇ ਜਾਂਦੇ ਰਹੇ, ਜਿਨ੍ਹਾਂ ਨੇ ਉਸ ਮੌਕੇ ਸਿੱਖ ਪਾਠਕਾਂ ਦੇ ਮਨਾਂ ਤੇ ਗਹਿਰਾ ਅਸਰ ਛੱਡਿਆ, ਸਿਖਾਂਦਰੂਆਂ ਉੱਤੇ ਖਾਸ ਕਰਕੇ। ਉਸ ਤੋਂ ਬਾਅਦ ਸਿੱਖ ਕੌਮ ਦੇ ਅਜੋਕੇ ਲਹੂ ਵੀਟਵੇਂ ਸੰਘਰਸ਼ ਦਾ ਮੈਦਾਨ ਪਧਰਾਉਣ ਤੇ ਗਰਮਾਉਣ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜੋਸ਼ ਉਪਜਾਊ ਕਥਨਾਂ, ਬਿਆਨਾਂ ਤੇ ਭਾਸ਼ਣਾਂ ਦੀ ਪ੍ਰਭਾਵਕਾਰੀ ਭੂਮਿਕਾ ਬਾਰੇ ਕਿਸੇ ਨੂੰ ਵੀ ਸੰਦੇਹ ਨਹੀਂ ਹੈ। ਇਤਿਹਾਸ ਅੰਦਰਲੇ ਸਿੱਖ ਸ਼ਹੀਦੀ ਕਾਰਨਾਮੇ ਇੱਕ ਤਾਂ ਵੈਸੇ ਹੀ ਇੰਨੇ ਪ੍ਰਭਾਵਸ਼ਾਲੀ ਤੇ ਰੋਮਾਂਚਕਾਰੀ ਹਨ ਕਿ ਇਹ ਮਨਾਂ ਉੱਤੇ ਬਹੁਤ ਹੀ ਕੀਲਵਾਂ ਅਸਰ ਛੱਡਦੇ ਹਨ, ਪਰ ਜਦ ਸਿੱਖ ਬਿਰਤਾਂਤਕਾਰਾਂ, ਪ੍ਰਚਾਰਕਾਂ, ਕਥਾਕਾਰਾਂ ਅਤੇ ਰਾਗੀਆਂ ਢਾਡੀਆਂ ਆਦਿ ਦੁਆਰਾ ਆਪਣੀਆਂ ਲਿਖਤਾਂ ਵਿੱਚ ਜਾਂ ਲੈਕਚਰਾਂ ਦੇ ਜ਼ਰੀਏ ਇਹਨਾਂ ਨੂੰ ਕਲਪਨਾ ਦੀ ਪੁੱਠ ਦੇ ਕੇ ਪੇਸ਼ ਕੀਤਾ ਜਾਂਦਾ ਹੈ, ਤਾਂ ਇਹਨਾਂ ਦੀ ਸ਼ਿੱਦਤ ਕਈ ਗੁਣਾ ਵੱਧ ਜਾਂਦੀ ਹੈ ਅਤੇ ਇਹ ਪਾਠਕਾਂ ਤੇ ਸਰੋਤਿਆਂ ਨੂੰ ਹਲੂਣ ਕੇ ਰੱਖ ਦਿੰਦੇ ਹਨ। ਉਦਾਹਰਨ ਦੇ ਤੌਰ ਤੇ ਚਮਕੌਰ ਸਾਹਿਬ ਦੀ ਜੰਗ ਅੰਦਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਸੁਣਾਉਂਦਿਆਂ ਜਦ ਗੁਰੂ ਸਾਹਿਬ ਦੁਆਰਾ ਆਪਣੇ ਲਾਡਲੇ ਪੁੱਤਰਾਂ ਨੂੰ ਆਪਣੇ ਹੱਥੀਂ ਸ਼ਹੀਦੀ ਬਾਣੇ ਪਹਿਨਾਉਣ ਅਤੇ ਫਿਰ ਮੋਹ ਭੇਜਿਆ ਥਾਪੜਾ ਦੇ ਕੇ ਜੰਗ ਦੇ ਮੈਦਾਨ ਨੂੰ ਤੋਰਨ ਦਾ ਦ੍ਰਿਸ਼ ਖਿੱਚਿਆ ਜਾਂਦਾ ਹੈ, ਤਾਂ ਇਸ ਨਾਲ ਅਜਿਹਾ ਵੈਰਾਗਮਈ ਤੇ ਬੀਰ ਰਸੀ ਮਾਹੌਲ ਸਿਰਜਿਆ ਜਾਂਦਾ ਹੈ ਕਿ ਸਰੋਤਿਆਂ ਦੀਆਂ ਅੱਖਾਂ ਅੰਦਰ ਇੱਕੋ ਮੌਕੇ ਪਾਣੀ ਤੇ ਲਹੂ ਉਤਰ ਆਉਂਦਾ ਹੈ। ਅਲੜ ਸਿੱਖ ਮਨ ਉੱਤੇ ਇਹਨਾਂ ਗੱਲਾਂ ਦਾ ਜੋ ਗੂੜਾ ਪ੍ਰਭਾਵ ਪੈਂਦਾ ਹੈ, ਉਸ ਦਾ ਵਰਣਨ ਇੱਕ ਬਜ਼ੁਰਗ ਸਿੱਖ ਕਮਿਊਨਿਸਟ ਸੰਗਰਾਮੀਏ ਸੋਹਣ ਸਿੰਘ ਜੋਸ਼ ਨੇ ਇਸ ਤਰ੍ਹਾਂ ਕੀਤਾ ਹੈ। ਬਚਪਨ ਦੇ ਵਿੱਚ ਪੰਜਾਬੀ ਸਿੱਖ ਲੈਣ ਉਪਰੰਤ ਮੈਂ ਗੁਰੂ ਸਾਹਿਬਾਨ ਤੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਜੋ ਵੀ ਹੱਥ ਲੱਗਾ ਪੜ੍ਹਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਬਹੁਤ ਹੀ ਜਜ਼ਬਾਤ ਭਿੱਜੇ ਅੰਦਾਜ਼ ਵਿੱਚ ਲਿਖੀ ਇੱਕ ਛੋਟੀ ਜਿਹੀ ਕਿਤਾਬ ਮਿਲ ਗਈ। ਰਾਤ ਪੈ ਚੁੱਕੀ ਸੀ ਅਤੇ ਮੈਂ ਸਾਰੇ ਪਰਿਵਾਰਾਂ ਨੂੰ ਇਸ ਦੀ ਕਥਾ ਸੁਣਾਉਣੀ ਸ਼ੁਰੂ ਕਰ ਦਿੱਤੀ।
ਜਦ ਮਲੂਕ ਜਿੰਦਾਂ ਦੇ ਜਿਉਂਦਿਆਂ ਹੀ ਨੀਹਾਂ ਵਿੱਚ ਚਿਣ ਦਿੱਤੇ ਜਾਣ ਦਾ ਜ਼ਿਕਰ ਆਇਆ ਤਾਂ ਮੇਰਾ ਗੱਚ ਭਰ ਆਇਆ। ਮੇਰੇ ਮਾਪਿਆਂ ਦੀਆਂ ਅੱਖਾਂ 'ਚੋਂ ਪਰਲ ਪਰਲ ਹੰਝੂ ਵਗਣ ਲੱਗ ਪਏ ਅਤੇ ਮੈਂ ਬੜਾ ਜ਼ੋਰ ਲਾ ਕੇ ਕਿਤਾਬ ਖ਼ਤਮ ਕੀਤੀ। ਇਸ ਸਾਕੇ ਦਾ ਤੇ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਸਾਹਿਬਾਨ ਦੀਆਂ ਕੁਰਬਾਨੀਆਂ ਦਾ ਮੇਰੇ ਜੀਵਨ 'ਤੇ ਭਾਰੀ ਅਸਰ ਪਿਆ। ਅਸਲ ਵਿੱਚ ਉਹਨਾਂ ਮੁੱਢਲੇ ਵਰ੍ਹਿਆਂ ਵਿੱਚ ਮੇਰੇ ਕਿਰਦਾਰ ਦੀ ਸਿਰਜਣਾ 'ਚ ਇਹਨਾਂ ਗੱਲਾਂ ਨੇ ਵੱਡੀ ਭੂਮਿਕਾ ਨਿਭਾਈ। 60ਵੇਂ 70ਵੇਂ ਵਿੱਚ ਪੰਜਾਬ ਅੰਦਰ ਚੱਲੀ ਨਕਸਲੀ ਲਹਿਰ ਬਾਰੇ ਇੱਕ ਖੋਜ ਅਧਿਐਨ 'ਚੋਂ ਇਹ ਰੌਚਕ ਤੱਥ ਪ੍ਰਗਟ ਹੋਇਆ ਹੈ ਕਿ ਪੁਲਿਸ ਤਫਤੀਸ਼ ਦੇ ਦੌਰਾਨ ਜਿੰਨੇ ਵੀ ਨਕਸਲੀ ਕਾਰਕੁਨਾਂ ਨੂੰ ਇਨਕਲਾਬੀ ਲਹਿਰ ਵਿੱਚ ਸ਼ਾਮਲ ਹੋਣ ਪਿੱਛੇ ਕੰਮ ਕਰਦੇ ਮੂਲ ਜਜ਼ਬੇ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ 'ਚੋਂ ਲਗਭਗ ਸਾਰਿਆਂ ਦਾ ਇਹੋ ਕਹਿਣਾ ਸੀ ਕਿ ਉਹ ਕਮਿਊਨਿਸਟ ਵਿਚਾਰਧਾਰਾ ਨਾਲੋਂ ਵੱਧ ਪੰਜਾਬ ਅੰਦਰ ਕੁਰਬਾਨੀ ਤੇ ਸੂਰਮਗਤੀ ਦੀ ਪਰੰਪਰਾ ਤੋਂ ਪ੍ਰੇਰਿਤ ਹੋਏ ਸਨ। ਇਸ ਦੀ ਪੁਸ਼ਟੀ ਨਕਸਲੀ ਲਹਿਰ ਦੇ ਸੂਖਮ ਭਾਵੀ ਕਵੀ ਅਮਰਜੀਤ ਚੰਦਨ ਦੇ ਇਸ ਸਵੈ ਕਥਨ ਤੋਂ ਵੀ ਹੁੰਦੀ ਹੈ ਕਿ ਅਸੀਂ ਵੀ ਸਿੱਖ ਇਤਿਹਾਸ ਤੋਂ ਪ੍ਰੇਰਨਾ ਲਈ, ਖਾਸ ਕਰਕੇ ਸ਼ਹਾਦਤ ਦੇ ਸੰਕਲਪ ਤੋਂ, ਹਕੂਮਤੀ ਜ਼ੁਲਮ, ਬੇਇਨਸਾਫੀ ਤੇ ਧੱਕੇਸ਼ਾਹੀ ਦੀ ਸੂਰਤ ਵਿੱਚ ਇੱਕ ਸੱਚੇ ਸਿੱਖ ਦੇ ਰੋਲ ਅਤੇ ਕਰਮ ਦੀ ਸਿੱਖ ਪਰੰਪਰਾ ਅੰਦਰ ਸਪਸ਼ਟ ਨਿਸ਼ਾਨਦੇਹੀ ਕੀਤੀ ਹੋਈ ਹੈ। ਸਵਾਲ ਸਿਰਫ ਇਹ ਹੈ ਕਿ ਕੋਈ ਸਿੱਖ ਆਪਣੇ ਇਸ ਵਿਰਸੇ ਜਾਂ ਸੱਭਿਆਚਾਰਕ ਮਾਡਲ ਨਾਲ ਕਿਸ ਦਰਜੇ ਤੱਕ ਪ੍ਰਤੀਬੱਧਤਾ ਪ੍ਰਗਟਾਉਂਦਾ ਹੈ। ਇਹ ਕਹਿਣਾ ਤਾਂ ਇਤਿਹਾਸ ਦੇ ਨਿਯਮਾਂ ਪ੍ਰਤੀ ਆਪਣੀ ਅਗਿਆਨਤਾ ਜ਼ਾਹਰ ਕਰਨਾ ਹੋਵੇਗਾ ਕਿ ਸਾਰੇ ਸਿੱਖ ਹਰ ਮੌਕੇ ਅਤੇ ਹਰ ਸਥਿਤੀ ਵਿੱਚ ਹੀ ਸਮੇਂ ਦੀ ਪਰਖ ਤੇ ਬਰਾਬਰ ਇੱਕਸਾਰ ਪੂਰੇ ਉਤਰਦੇ ਹਨ। ਅਜਿਹੀ ਆਦਰਸ਼ਕ ਕੌਮ ਦੀ ਕਲਪਨਾ ਕਰਨਾ ਹੀ ਫਜ਼ੂਲ ਹੈ। ਹਾਂ, ਇਹ ਜ਼ਰੂਰ ਸੱਚ ਹੈ ਕਿ ਹਰ ਵਾਰ ਇਤਿਹਾਸ ਦੇ ਹਰ ਅਹਿਮ ਪੜਾਅ 'ਤੇ ਸਿੱਖ ਪੰਥ 'ਚੋਂ ਚੌਖੀ ਗਿਣਤੀ ਵਿੱਚ ਅਜਿਹੇ ਕਰਨੀ ਦੇ ਸੂਰੇ ਨਿੱਤਰ ਆਉਂਦੇ ਰਹੇ ਹਨ ਜੋ ਬੁਲੰਦ ਹੌਸਲੇ ਤੇ ਸ਼ਾਨ ਨਾਲ ਤਲੀ ਤੇ ਸੀਸ ਟਿਕਾਉਣ ਦੇ ਖੇਲ ਦਾ ਰੋਮਾਂਚਕਾਰੀ ਪ੍ਰਦਰਸ਼ਨ ਕਰਦੇ ਰਹੇ ਹਨ। ਸਿੱਖ ਇਤਿਹਾਸ ਦੇ ਮੁੱਢਲੇ ਦੌਰ ਅੰਦਰ ਸਿੱਖ ਧਰਮ ਦੇ ਮਾਨਵਵਾਦੀ ਅਸੂਲਾਂ ਤੇ ਸਰੋਕਾਰਾਂ ਨੂੰ ਬੁਲੰਦ ਕਰਨ ਅਤੇ ਸਿੱਖ ਪੰਥ ਦੀ ਨਿਆਰੀ ਹਸਤੀ ਨੂੰ ਬਰਕਰਾਰ ਰੱਖਣ ਲਈ ਸਿੱਖ ਯੋਧਿਆਂ ਨੇ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਜੋ ਲਾਸਾਨੀ ਕਾਂਡ ਰਚੇ, ਉਹਨਾਂ ਬਾਰੇ ਤਾਂ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਵੀ ਕੋਈ ਸੰਦੇਹ ਨਹੀਂ ਹੈ। ਪਰ 20ਵੀਂ ਸਦੀ ਦੇ ਸਿੱਖ ਇਤਿਹਾਸ ਅੰਦਰ ਵੀ ਅਜਿਹੀਆਂ ਮਿਸਾਲਾਂ ਦੀ ਕੋਈ ਕਮੀ ਨਹੀਂ ਹੈ। ਅਜਿਹੀ ਹੀ ਇੱਕ ਉਦਾਹਰਨ ਸ਼ਹੀਦ ਭਾਈ ਲਛਮਣ ਸਿੰਘ ਦੀ ਹੈ, ਜਿਸ ਨੇ ਆਪਣੇ ਹੀ ਪਿੰਡ ਜ਼ਿਲ੍ਹਾ ਗੁਜਰਾਂਵਾਲਾ ਦੇ ਇੱਕ ਹਿੰਦੂ ਨੰਬਰਦਾਰ ਨੂੰ ਮੁਸਲਮਾਨ ਬਣ ਜਾਣ ਲਈ ਪ੍ਰੇਰਨ ਵਾਲੇ 3 ਮੁਸਲਮਾਨਾਂ ਨੂੰ ਜਾਨੋਂ ਮਾਰ ਮੁਕਾਇਆ ਸੀ ਅਤੇ ਇਸ ਜੁਰਮ ਦੇ ਬਦਲੇ ਵਿੱਚ ਸਿਆਲਕੋਟ ਦੀ ਸੈਸ਼ਨ ਅਦਾਲਤ ਦੇ ਹੁਕਮਾਂ 'ਤੇ 10 ਜੂਨ 1909 ਦੀ ਸਵੇਰ ਉਸ ਨੂੰ ਫਾਹੀ ਲਾ ਦਿੱਤਾ ਗਿਆ ਸੀ। ਅੱਜ ਭਾਵੇਂ ਭਾਈ ਲਛਮਣ ਸਿੰਘ ਦੇ ਮੁਸਲਮਾਨਾਂ ਨੂੰ ਕਤਲ ਕਰਨ ਦੇ ਇਸ ਕਰਮ ਨੂੰ ਜਾਇਜ਼ ਠਹਿਰਾਉਣਾ ਔਖਾ ਲੱਗੇ, ਪਰ ਉਸ ਵੇਲੇ ਦੇ ਸੰਦਰਭ ਵਿੱਚ ਜਦ 18ਵੀਂ ਸਦੀ ਦੇ ਜ਼ੁਲਮਾਂ ਦੀਆਂ ਯਾਦਾਂ ਦੇ ਤਾਜ਼ਾ ਹੋਣ ਕਰਕੇ ਸਿੱਖਾਂ ਦੇ ਮਨਾਂ ਅੰਦਰ ਅਜੇ ਮੁਸਲਿਮ ਵਿਰੋਧੀ ਜਜ਼ਬਾਤ ਆਪਣਾ ਤਕੜਾ ਪ੍ਰਭਾਵ ਕਾਇਮ ਰੱਖ ਰਹੇ ਸਨ ਅਤੇ ਜਦ ਸਿੰਘ ਸਭਾ ਲਹਿਰ ਦੁਆਰਾ ਚਲਾਈ ਧਰਮ ਜਾਗਰਤੀ ਦੀ ਮੁਹਿੰਮ ਸਦਕਾ ਸਿੱਖ ਆਪਣੀ ਨਿਆਰੀ ਧਾਰਮਿਕ ਹਸਤੀ ਨੂੰ ਦਰਪੇਸ਼ ਖਤਰਿਆਂ ਬਾਰੇ ਇੰਨੇ ਸੁਚੇਤ ਤੇ ਸੂਖਮ ਭਾਵੀ ਹੋ ਗਏ ਸਨ ਕਿ ਮੁਸਲਮਾਨਾਂ ਹੱਥੋਂ ਕਿਸੇ ਹਿੰਦੂ ਦੀ ਧਰਮ ਬਦਲੀ ਦੀ ਘਟਨਾ ਨਾਲ ਉਹਨਾਂ ਅੰਦਰ ਵਧਵਾਂ ਡਰ ਤੇ ਅਸੁਰੱਖਿਆ ਦੀ ਭਾਵਨਾ ਪ੍ਰਗਟ ਹੋ ਉੱਠਣੀ ਗੈਰ ਸੁਭਾਵਿਕ ਨਹੀਂ ਸੀ। ਤਾਂ ਇਸ ਤਰ੍ਹਾਂ ਦੇ ਮਨੋਵਿਗਿਆਨਕ ਅਸਰ ਹੇਠ ਕਿਸੇ ਸੰਵੇਦਨਸ਼ੀਲ ਸਿੱਖ ਦੁਆਰਾ ਅਜਿਹਾ ਭਾਣਾ ਵਰਤਾ ਦੇਣਾ ਸਮਝੋਂ ਬਾਹਰ ਨਹੀਂ ਹੈ। ਉਹਨਾਂ ਵਿਸ਼ੇਸ਼ ਹਾਲਤਾਂ ਅੰਦਰ ਸੁਭਾਵਿਕ ਹੀ ਭਾਈ ਲਛਮਣ ਸਿੰਘ ਦੇ ਇਸ ਕਰਮ ਨੂੰ ਸਿੱਖ ਪੰਥ ਅੰਦਰੋਂ ਬਹੁਤ ਹੀ ਕਬੂਲਵਾਂ ਹੁੰਗਾਰਾ ਮਿਲਿਆ। ਸਿੱਖਾਂ ਦੀਆਂ ਨਜ਼ਰਾਂ ਵਿੱਚ ਉਹ ਧਰਮ ਦੀ ਰੱਖਿਆ ਲਈ ਵੱਡੀ ਕੁਰਬਾਨੀ ਕਰਨ ਵਾਲਾ ਨਿਰਭੈ ਯੋਧਾ ਹੋ ਨਿਬੜਿਆ। ਉੱਧਰ ਭਾਈ ਲਛਮਣ ਸਿੰਘ ਨੂੰ ਵੀ ਆਪਣੇ ਇਸ ਕਾਰਨਾਮੇ ਦੀ ਨੈਤਿਕ ਵਾਜਬੀਅਤ ਤੇ ਪਾਕੀਜ਼ਗੀ ਦੇ ਬਾਰੇ ਵਿੱਚ ਉੱਕਾ ਹੀ ਕੋਈ ਸ਼ੰਕਾ ਜਾਂ ਸੰਦੇਹ ਨਹੀਂ ਸੀ। ਉਸ ਨੂੰ ਨਾ ਆਪਣੇ ਕੀਤੇ ਦਾ ਕੋਈ ਗਮ ਜਾਂ ਪਛਤਾਵਾ ਸੀ ਅਤੇ ਨਾ ਮਨ ਅੰਦਰ ਸਜ਼ਾ ਬਾਰੇ ਕੋਈ ਡਰ ਘਬਰਾਹਟ ਸੀ। ਮੁਕੱਦਮੇ ਦੀ ਸਮੁੱਚੀ ਕਾਰਵਾਈ ਦੇ ਦੌਰਾਨ ਜੇਲ੍ਹ ਅੰਦਰ ਵੀ ਉਹ ਲਗਾਤਾਰ ਪ੍ਰਸੰਨ ਚਿੱਤ ਤੇ ਚੜ੍ਹਦੀ ਕਲਾ ਵਿੱਚ ਰਿਹਾ। ਜੇਲ੍ਹ ਅੰਦਰ ਜੋ ਵੀ ਉਸ ਦੇ ਵਾਹ ਵਿੱਚ ਆਇਆ, ਉਸ ਦੀ ਭਜਨ ਬੰਦਗੀ, ਹੌਸਲੇ ਤੇ ਅਡੋਲਤਾ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਸਿੱਖ ਜਨਤਾ ਵੱਡੀ ਗਿਣਤੀ ਵਿੱਚ ਜੇਲ੍ਹ ਅੰਦਰ ਉਸ ਦੇ ਦਰਸ਼ਨਾਂ ਨੂੰ ਆਉਂਦੀ ਰਹੀ। ਜਦ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਅਦਾਲਤ ਦਾ ਅਹਾਤਾ ਉਸ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਉਸ ਅੰਦਰ ਪੰਥਕ ਸੇਵਾ ਦਾ ਜਜ਼ਬਾ ਇਸ ਕਦਰ ਉਛਾਲੇ ਖਾ ਰਿਹਾ ਸੀ ਕਿ ਉਸਨੇ ਮਰਨ ਤੋਂ ਪਹਿਲਾਂ ਆਪਣੀ ਇਹ ਉਚੇਚੀ ਇੱਛਾ ਪ੍ਰਗਟਾਈ ਕਿ ਮਰਨ ਤੋਂ ਬਾਅਦ ਮੇਰੀ ਲਾਸ਼ ਤੋਂ ਚਮੜੀ ਉਧੇੜ ਕੇ ਉਸ ਦੀਆਂ ਲੋੜਵੰਦ ਪੰਥਕ ਵਰਕਰਾਂ ਦੇ ਵਾਸਤੇ ਜੁੱਤੀਆਂ ਸਿਉਂ ਦਿੱਤੀਆਂ ਜਾਣ। ਉਸ ਦੀ ਕੁਰਬਾਨੀ ਦੀ ਭਾਵਨਾ ਤੇ ਮਿਸਾਲੀ ਕਿਰਦਾਰ ਨੇ ਸਿੱਖ ਜਨਤਾ ਦੇ ਮਨ ਇਸ ਕਦਰ ਮੋਹ ਲਏ ਸਨ ਕਿ ਫਾਂਸੀ ਵਾਲੇ ਦਿਨ ਫਾਂਸੀ ਦੀ ਘੜੀ ਤੋਂ ਕਈ ਘੰਟੇ ਪਹਿਲਾਂ ਹੀ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਉਸ ਦੇ ਦਰਸ਼ਨਾਂ ਲਈ ਜੇਲ੍ਹ ਦੇ ਬੂਹੇ ਅੱਗੇ ਜਮ੍ਹਾਂ ਹੋ ਗਏ ਸਨ।
ਲੋਕਾਂ ਨੇ ਵੇਖਿਆ ਕਿ ਭਾਈ ਲਛਮਣ ਸਿੰਘ ਮੁਸਕਰਾਉਂਦਾ, ਪ੍ਰਸੰਨ ਖਿੜਿਆ ਹੋਇਆ ਜਪਜੀ ਸਾਹਿਬ ਦਾ ਪਾਠ ਕਰਦਾ, ਮੜਕ ਚਾਲੇ ਤੁਰਦਾ ਹੋਇਆ ਜੇਲ੍ਹ ਦੇ ਬੂਹੇ 'ਚੋਂ ਬਾਹਰ ਨਿਕਲਿਆ। ਉਦੋਂ ਅਜੇ ਲੋਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿੱਚ ਫਾਂਸੀ ਦੇਣ ਦੀ ਰੀਤ ਪ੍ਰਚਲਿਤ ਸੀ। ਹਜ਼ਾਰਾਂ ਦੀ ਗਿਣਤੀ 'ਚ ਮੌਜੂਦ ਸਿੱਖ ਸੰਗਤਾਂ ਨੇ ਆਪਣੇ ਅਜੀਜ਼ ਸੂਰਮੇ ਨੂੰ ਅੰਤਿਮ ਵਿਦਾਇਗੀ ਦੇਣ ਲਈ ਜੋ ਬੋਲੇ ਸੋ ਨਿਹਾਲ ਦੇ ਜਕਾਰਿਆਂ ਨਾਲ ਅੰਬਰ ਗੂੰਜਣ ਲਾ ਦਿੱਤਾ ਸੀ। ਭਾਈ ਲਛਮਣ ਸਿੰਘ ਪੂਰੀ ਤਰ੍ਹਾਂ ਅਡੋਲ, ਨਿਰਭਉ ਛਾਲ ਮਾਰ ਕੇ ਫਾਂਸੀ ਦੇ ਤਖ਼ਤੇ ਤੇ ਜਾ ਚੜਿਆ। ਖਿੜੇ ਮੱਥੇ ਮੌਤ ਕਬੂਲਣ ਦੀ ਸਿੱਖ ਮਰਿਆਦਾ ਦਾ ਪਾਲਣ ਕਰਦਿਆਂ ਉਸਨੇ ਹੱਸ ਕੇ ਆਪਣੇ ਹੱਥੀਂ ਫੰਦੇ ਨੂੰ ਗਲ ਵਿੱਚ ਪਾਇਆ ਤੇ ਸ਼ਹੀਦੀ ਦੇ ਚਾਅ ਹੇਠ ਅਦਭੁਤ ਮਸਤੀ ਭਰੇ ਅੰਦਾਜ਼ ਵਿੱਚ ਬੁਲੰਦ ਆਵਾਜ਼ ਨਾਲ ਸੰਗਤਾਂ ਨੂੰ ਧਰਮ ਵਿੱਚ ਪਰਪੱਕ ਰਹਿਣ ਦਾ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। ਜਦ ਜੱਲਾਦ ਨੇ ਭਾਈ ਸਾਹਿਬ ਦੇ ਪੈਰਾਂ ਹੇਠੋਂ ਫੱਟਾ ਖਿੱਚਿਆ ਤਾਂ ਉਦੋਂ ਵੀ ਉਹ ਬਰਾਬਰ ਜੋਸ਼ ਨਾਲ ਸੰਗਤਾਂ ਨੂੰ ਸੰਬੋਧਨ ਕਰੀ ਜਾ ਰਿਹਾ ਸੀ। ਜਦ ਭਾਈ ਸਾਹਿਬ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਜਾਇਆ ਗਿਆ ਤਾਂ ਰਸਤੇ ਵਿੱਚ ਹਰ ਜਗ੍ਹਾ ਅੰਤਿਮ ਦਰਸ਼ਨਾਂ ਲਈ ਲੋਕਾਂ ਦੀਆਂ ਇੰਨੀਆਂ ਭੀੜਾਂ ਜੁੜ ਗਈਆਂ ਕਿ ਦਰਸ਼ਨਾਂ ਲਈ ਵਾਰੀ ਲੈਣੀ ਮੁਸ਼ਕਲ ਹੋ ਗਈ ਸੀ। ਭਾਈ ਸਾਹਿਬ ਦੀ ਮ੍ਰਿਤਕ ਦੇਹ ਉੱਤੇ ਲੋਕਾਂ ਵੱਲੋਂ ਅਥਾਹ ਸ਼ਰਧਾ ਨਾਲ ਵਰਸਾਏ ਅਤਰ ਤੇ ਫੁੱਲਾਂ ਦਾ ਕੋਈ ਅੰਤ ਨਹੀਂ ਸੀ ਰਿਹਾ। ਇਸ ਤਰ੍ਹਾਂ ਦੀ ਸ਼ਹਾਦਤ ਖਾਲੀ ਸ਼ਹਾਦਤ ਨਹੀਂ ਰਹਿ ਜਾਂਦੀ, ਇਹ ਇੱਕ ਵੇਖਣ ਲਾਇਕ ਝਾਕੀ ਹੋ ਨਿਬੜਦੀ ਹੈ ਜਿਸ ਅੰਦਰ ਇਸ ਦਾ ਪ੍ਰਭਾਵ ਗ੍ਰਹਿਣ ਕਰਨ ਵਾਲੇ ਮਨੁੱਖਾਂ ਨੂੰ ਟੁੰਬਣ ਦੀ ਸ਼ਕਤੀ ਕਈ ਗੁਣਾ ਵੱਧ ਜਾਂਦੀ ਹੈ। ਸਿੱਖ ਪੰਥ ਉੱਤੇ ਜਦ ਵੀ ਕੋਈ ਵੱਡੀ ਭੀੜ ਆਣ ਪਈ ਹੈ ਤਾਂ ਪੰਥਕ ਚੇਤਨਾ ਤੇ ਦਰਦ ਵਿੱਚ ਰੰਗੇ ਸਿੱਖ ਕਵੀਆਂ ਤੇ ਗਲਪਕਾਰਾਂ ਨੇ ਸਿੱਖਾਂ ਅੰਦਰ ਜੱਦੋ ਜਹਿਦ ਤੇ ਕੁਰਬਾਨੀ ਦਾ ਜਜ਼ਬਾ ਉਭਾਰਨ ਵਾਸਤੇ ਅਜਿਹੇ ਸ਼ਹੀਦੀ ਪ੍ਰਸੰਗ ਰਚਣ ਵਿੱਚ ਉਚੇਰੀ ਰੁਚੀ ਪ੍ਰਗਟਾਈ ਹੈ। ਇਸ ਤਰ੍ਹਾਂ ਨਾਲ ਅਜਿਹੇ ਸ਼ਹਾਦਤਨਾਮਿਆਂ ਦਾ ਸਿੱਖ ਸਾਹਿਤ ਅੰਦਰ ਬਹੁਤ ਹੀ ਉੱਘਾ ਸਥਾਨ ਹੈ ਅਤੇ ਇਹਨਾਂ ਨੇ ਸਿੱਖ ਜਨਤਾ ਨੂੰ ਕੁਰਬਾਨੀ ਲਈ ਤਿਆਰ ਕਰਨ ਵਿੱਚ ਹਮੇਸ਼ਾ ਹੀ ਅਹਿਮ ਰੋਲ ਨਿਭਾਇਆ ਹੈ। ਇਸ ਕਿਸਮ ਦੇ ਸਾਹਿਤ ਤੇ ਪ੍ਰਚਾਰ ਪ੍ਰਸਾਰ ਦਾ ਸਦਕਾ ਸਿੱਖ ਜਨਤਾ ਦੇ ਮਨਾਂ ਅੰਦਰ ਸ਼ਹੀਦ ਅਤੇ ਸ਼ਹਾਦਤ ਦੇ ਕਰਮ ਪ੍ਰਤੀ ਸ਼ਰਧਾ ਤੇ ਪ੍ਰਸ਼ੰਸਾ ਦੇ ਭਾਵ ਹੋਰ ਵੱਧ ਸ਼ਿੱਦਤ ਅਖਤਿਆਰ ਕਰ ਜਾਂਦੇ ਹਨ। ਸਿੱਖ ਮਾਨਸਿਕਤਾ ਅੰਦਰ ਸ਼ਹਾਦਤ ਸੱਭਿਆਚਾਰਕ ਆਦਰਸ਼ ਦਾ ਦਰਜਾ ਹਾਸਲ ਕਰ ਲੈਂਦੀ ਹੈ। ਸਿੱਖ ਜਨਤਾ ਦੇ ਵੱਡੇ ਹਿੱਸੇ ਆਪਣੇ ਆਪ ਨੂੰ ਇਸ ਆਦਰਸ਼ ਨਾਲ ਇਸ ਕਦਰ ਇੱਕਮਿਕ ਕਰ ਲੈਂਦੇ ਹਨ ਕਿ ਉਹਨਾਂ ਅੰਦਰ ਆਪਣੇ ਸ਼ਹੀਦਾਂ ਤੇ ਨਾਇਕਾਂ ਦੇ ਕਾਰਨਾਮਿਆਂ ਨੂੰ ਦੁਹਰਾਉਣ ਦਾ ਅਮੋੜ ਜਜ਼ਬਾ ਪੈਦਾ ਹੋ ਉੱਠਦਾ ਹੈ। ਸ਼ਹਾਦਤ ਜਦ ਕਿਸੇ ਭਾਈਚਾਰੇ ਅੰਦਰ ਇੱਕ ਪਰੰਪਰਾ ਦਾ ਦਰਜਾ ਹਾਸਲ ਕਰ ਲੈਂਦੀ ਹੈ ਤਾਂ ਇਹ ਸੰਬੰਧਿਤ ਭਾਈਚਾਰੇ ਅੰਦਰ ਆਪਸੀ ਸਾਂਝ ਤੇ ਇੱਕ ਮੁੱਠਤਾ ਦੇ ਅਹਿਸਾਸ ਨੂੰ ਹੋਰ ਤਕੜਿਆਂ ਕਰਨ ਦਾ ਸਾਧਨ ਹੋ ਨਿਬੜਦੀ ਹੈ। ਸਾਂਝੇ ਅਨੁਭਵ, ਸਾਂਝੇ ਵਿਸ਼ਵਾਸ ਤੇ ਸਾਂਝੇ ਅਹਿਸਾਸ ਏਕਤਾ ਦੀਆਂ ਤੰਦਾਂ ਨੂੰ ਵੱਧ ਪੁਖਤਗੀ ਪ੍ਰਦਾਨ ਕਰ ਦਿੰਦੇ ਹਨ। ਇਸ ਨਾਲ ਸੰਬੰਧਿਤ ਭਾਈਚਾਰੇ ਅੰਦਰ ਨਾਲੋਂ ਨਾਲ ਆਪਣੇ ਨਿਆਰੇਪਣ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਜਾਂਦੀ ਹੈ। ਜਿਹੜਾ ਵਰਗ ਹੱਕ ਸੱਚ ਦੀ ਖਾਤਰ ਜਾਨਾਂ ਨਿਛਾਵਰ ਕਰ ਦੇਣ ਦੇ ਕਰਮ ਨੂੰ ਪ੍ਰੇਮ ਦੀ ਖੇਡ ਖੇਡਣ ਦਾ ਨਾਮ ਦਿੰਦਾ ਹੈ, ਜ਼ੁਲਮਾਂ ਤੇ ਤਸੀਹਿਆਂ ਨੂੰ ਤੇਰਾ ਕੀਆ ਮਿੱਠਾ ਲਾਗੇ ਕਹਿ ਕੇ ਖਿੜੇ ਮੱਥੇ ਪ੍ਰਵਾਨ ਕਰਦਾ ਹੈ, ਕਾਲ ਕੋਠੜੀਆਂ ਦੇ ਅੰਦਰ ਵੀ ਸਰੂਰੀ ਸੱਦਾਂ ਲਾਉਂਦਾ ਹੈ ਅਤੇ ਫਾਂਸੀ ਦੇ ਤਖ਼ਤਿਆਂ ਤੋਂ ਵੀ ਜੇਤੂ ਜੈਕਾਰੇ ਗੁਜਾਉਂਦਾ ਹੈ, ਉਸ ਵਿੱਚ ਆਪਣੀ ਨਿਆਰੀ ਹਸਤੀ ਤੇ ਠੁੱਕ ਦਾ ਅਹਿਸਾਸ ਪੈਦਾ ਹੋ ਜਾਣਾ ਸੁਭਾਵਿਕ ਹੈ। ਸਿੱਖ ਕੌਮ ਅੰਦਰ ਇਹ ਅਹਿਸਾਸ ਬਹੁਤ ਪੱਕਾ ਤੇ ਡੂੰਘਾ ਹੈ। ਸਿੱਖ ਪਰੰਪਰਾ ਦੇ ਅੰਦਰ ਸ਼ਹਾਦਤ ਦੇ ਇਹ ਅਨੋਖੇ ਤੇ ਨਿਆਰੇ ਰੰਗ ਇੱਕ ਅੱਧ ਵਾਰ ਨਹੀਂ ਅਕਸਰ ਹੀ ਵੇਖਣ ਨੂੰ ਮਿਲਦੇ ਰਹੇ ਹਨ। ਸੀਸ ਤਲੀ ਤੇ ਧਰਨ ਦੀ ਖੇਡ ਮੁੜ ਮੁੜ ਖੇਡੀ ਜਾਂਦੀ ਰਹੀ ਹੈ। ਜਿਹੜੇ ਲੋਕ ਸਿੱਖ ਕੌਮ ਦੀਆਂ ਸੱਭਿਆਚਾਰਕ ਵਿਲੱਖਣਤਾਵਾਂ, ਉਸ ਦੇ ਕੁਦਰਤੀ ਲੱਛਣਾਂ ਤੋਂ ਚੰਗੀ ਤਰ੍ਹਾਂ ਵਾਕਫ ਹਨ, ਉਹਨਾਂ ਲਈ ਇਹ ਵਰਤਾਰਾ ਇੰਨਾ ਰਹੱਸਪੂਰਨ ਨਹੀਂ ਹੈ। ਉਹ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਹਨ ਕਿ ਦੁਨੀਆ ਦੇ ਹੋਰਨਾਂ ਕੌਮੀ ਭਾਈਚਾਰਿਆਂ ਦੀ ਤੁਲਨਾ ਵਿੱਚ ਸਿੱਖ ਭਾਈਚਾਰਾ ਇਤਿਹਾਸ ਪ੍ਰਤੀ ਤੇ ਇਸ ਦੇ ਅੰਦਰ ਆਪਣੀ ਭੂਮਿਕਾ ਪ੍ਰਤੀ ਹਮੇਸ਼ਾ ਹੀ ਵਧੇਰੇ ਸੁਚੇਤ ਰਿਹਾ ਹੈ। ਜੋਇਸ ਪੈਟੀਗਰਿਊ ਨੇ ਸਿੱਖ ਕੌਮ ਦੀ ਇਸ ਵਿਲੱਖਣਤਾ ਨੂੰ ਇਹਨਾਂ ਸ਼ਬਦਾਂ 'ਚ ਅੰਕਿਤ ਕੀਤਾ ਹੈ। ਆਪਣੇ ਜਨਮ ਤੋਂ ਲੈ ਕੇ ਸੰਨ 1848 ਤੱਕ ਸਿੱਖ ਮੁਸਲਮਾਨਾਂ ਦੇ ਖਿਲਾਫ ਲੜਦੇ ਤੇ ਆਪਣੀ ਰੱਖਿਆ ਕਰਦੇ ਰਹੇ। ਇਸ ਕਰਕੇ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਸਬੰਧਾਂ ਨੂੰ ਜ਼ਾਲਮ ਤੇ ਮਜ਼ਲੂਮ ਵਿਚਲੇ ਸਬੰਧਾਂ ਵਜੋਂ ਚਿਤਵਿਆ ਜਾਂਦਾ ਰਿਹਾ ਹੈ। ਇਸ ਸਾਰੇ ਅਰਸੇ ਦੌਰਾਨ ਸਰਬਸਾਂਝੇ ਇਤਿਹਾਸਕ ਅਨੁਭਵ, ਜਿਸ ਨੂੰ ਕਿ ਸਿੱਖ ਆਪਣੀ ਨਿਵੇਕਲੀ ਗੱਲ ਸਮਝਦੇ ਹਨ, ਜੋ ਉਹਨਾਂ ਦੀ ਇੱਕ ਵਿਲੱਖਣ ਹਸਤੀ ਉੱਭਰ ਆਈ ਹੈ। ਆਪਣੀ ਸਾਂਝੀ ਇਤਿਹਾਸਕ ਯਾਦਦਾਸ਼ਤ ਦੀ ਇਹ ਲੜਾਈ ਉਹਨਾਂ ਇੱਕ ਜਾਨ ਹੋ ਕੇ ਲੜੀ। ਇਸ ਤਰ੍ਹਾਂ ਸਿੱਖ ਮਿਥਿਹਾਸ ਕੋਈ ਰਮਾਇਣ ਜਾਂ ਮਹਾਭਾਰਤ ਵਰਗੀ ਗੱਲ ਨਹੀਂ ਹੈ। ਇਸ ਵਿੱਚ ਸਿੱਖਾਂ ਦੇ ਉਹਨਾਂ ਵਡੇਰਿਆਂ ਤੇ ਸੂਰਮਿਆਂ ਦੇ ਕਿੱਸੇ ਤੇ ਬਿਰਤਾਂਤ ਸ਼ਾਮਲ ਹਨ ਜੋ ਬਹੁਤ ਹੀ ਨੇੜਲੇ ਅਤੀਤ ਵਿੱਚ ਪੰਥ ਦੇ ਲਈ ਜੂਝੇ ਤੇ ਕੁਰਬਾਨ ਹੋ ਗਏ। ਇੱਕ ਹੋਰ ਪੱਛਮੀ ਵਿਦਵਾਨ ਅਨੁਸਾਰ ਸਿੱਖਾਂ ਅੰਦਰ ਜ਼ੁਲਮਾਂ ਦੇ ਸ਼ਿਕਾਰ ਹੋਣ ਦਾ ਅਹਿਸਾਸ ਬਹੁਤ ਹੀ ਡੂੰਘਾ ਹੈ। ਉਹ ਸਿੱਖਾਂ ਦੇ ਇਸ ਅਨੋਖੇਪਣ ਨੂੰ ਇਸ ਤਰ੍ਹਾਂ ਵੇਖਦਾ ਹੈ।
ਰੋਜ਼ਾਨਾ ਸਿੱਖ ਅਰਦਾਸ ਸਿੱਖਾਂ ਨੂੰ ਉਹਨਾਂ ਮੁਸੀਬਤਾਂ ਤੇ ਦਸ਼ੌਂਟਿਆਂ ਦਾ ਚੇਤਾ ਕਰਾਉਂਦੀ ਹੈ ਜੋ ਕਿ ਉਹਨਾਂ ਨੂੰ ਗੁਰੂ ਅਰਜਨ ਦੇਵ ਤੋਂ ਲੈ ਕੇ ਹੁਣ ਤੱਕ ਭੋਗਣੇ ਪਏ ਹਨ। ਸਿੱਖਾਂ ਦੇ ਘਰਾਂ ਵਿੱਚ ਤੇ ਦਰਬਾਰ ਸਾਹਿਬ ਵਿਖੇ ਅਜਾਇਬ ਘਰ ਅੰਦਰ ਜੋ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ ਅਤੇ ਸਿੱਖ ਗਿਆਨੀਆਂ ਤੇ ਪ੍ਰਚਾਰਕਾਂ ਨੂੰ ਜਿਸ ਕਦਰ ਇਤਿਹਾਸ ਬਾਰੇ ਜੋਸ਼ ਚੜ੍ਹਿਆ ਦੇਖਣ ਨੂੰ ਮਿਲਦਾ ਹੈ, ਉਸ ਤੋਂ ਇਹ ਗੱਲ ਝੱਟ ਪ੍ਰਤੱਖ ਹੋ ਜਾਂਦੀ ਹੈ ਕਿ ਬੀਤ ਚੁੱਕਾ ਇਤਿਹਾਸ ਅਜੋਕੇ ਸਿੱਖ ਧਰਮ ਤੇ ਸਿੱਖ ਪਛਾਣ ਦਾ ਬਹੁਤ ਹੀ ਅਹਿਮ ਤੇ ਅਟੁੱਟ ਹਿੱਸਾ ਹੈ। ਸਿੱਖ ਪਰੰਪਰਾ ਜ਼ੁਲਮਾਂ ਤੇ ਦੁਸ਼ਵਾਰੀਆਂ ਦੇ ਉਸ ਦੌਰ ਅੰਦਰ ਸਿੱਖ ਮਰਦਾਂ ਤੇ ਔਰਤਾਂ ਅਤੇ ਇੱਥੋਂ ਤੱਕ ਕਿ ਬੱਚਿਆਂ ਦੁਆਰਾ ਵੀ ਦਿਖਾਈ ਸੂਰਮਗਤੀ ਤੇ ਕੁਰਬਾਨੀ ਅਤੇ ਮਾਣ ਤੇ ਗੌਰਵ ਦੇ ਕਿੱਸਿਆਂ ਨਾਲ ਭਰੀ ਪਈ ਹੈ। ਇਸ ਵਿੱਚ ਸਿੱਖ ਪੰਥ ਦੁਆਰਾ ਇਹਨਾਂ ਜ਼ੁਲਮਾਂ ਤੇ ਤਸੀਹਿਆਂ ਚੋਂ ਹੋਰ ਬਲਵਾਨ ਹੋ ਕੇ ਨਿਕਲਣ ਦੀ ਵਿਥਿਆ ਸ਼ਾਮਲ ਹੈ। ਇਤਿਹਾਸ ਦਾ ਇਹ ਅਨੁਭਵ ਸਿੱਖ ਭਾਈਚਾਰੇ ਦੇ ਵਿਕਾਸ ਅੰਦਰ ਉਹਨਾਂ ਨੂੰ ਇਕਜੁੱਟ ਕਰਨ ਤੇ ਜੋੜਨ ਵਿੱਚ ਸਹਾਈ ਹੋ ਗੁਜ਼ਰਿਆ ਹੈ। ਅਜਿਹੀ ਭੂਮਿਕਾ ਇਹ ਅੱਜ ਵੀ ਨਿਭਾ ਰਿਹਾ ਹੈ। ਪੰਥ ਨੂੰ ਇਕਜੁੱਟ ਰੱਖਣ ਲਈ ਅਤੇ ਇਸ ਦੇ ਮੈਂਬਰਾਂ ਨੂੰ ਇਹ ਗੱਲ ਚਿਤਾਰਨ ਲਈ ਕਿ ਪੰਥ ਤੇ ਇਸ ਦੀ ਅਜ਼ਮਤ ਦੀ ਰੱਖਿਆ ਲਈ ਕੁਰਬਾਨੀ ਦੇਣੀ ਸਿੱਖ ਧਾਰਮਿਕ ਪਰੰਪਰਾ ਦਾ ਅਟੁੱਟ ਅੰਗ ਹੈ ਅਤੇ ਇਤਿਹਾਸ ਦਾ ਲਗਾਤਾਰ ਉਲੇਖ ਕਰਨਾ ਜ਼ਰੂਰੀ ਹੈ। ਇਸੇ ਲੇਖਕ ਨੂੰ ਆਪਣੇ ਇੱਕ ਸਰਵੇਖਣ ਦੌਰਾਨ ਇਹ ਖਾਸ ਗੱਲ ਮਹਿਸੂਸ ਹੋਈ ਕਿ ਸਰਵੇਖਣ 'ਚ ਸ਼ਾਮਲ ਸਿੱਖਾਂ 'ਚੋਂ ਵੱਡੇ ਹਿੱਸੇ 80.4% ਨੂੰ ਆਪਣੇ ਇਤਿਹਾਸ ਦੀ ਚੌਖੀ ਜਾਣਕਾਰੀ ਸੀ, ਹਾਲਾਂਕਿ ਉਹਨਾਂ 'ਚੋਂ ਕਾਫੀ ਸਾਰੇ 40% ਅਨਪੜ੍ਹ ਸਨ। ਉਹ ਸਿੱਖ ਇਤਿਹਾਸ ਦੀਆਂ ਖਾਸ ਘਟਨਾਵਾਂ ਗਿਣਾ ਸਕਦੇ ਸਨ। ਉਹਨਾਂ 'ਚੋਂ ਵੱਡੀ ਬਹੁਗਿਣਤੀ ਸੰਘਰਸ਼, ਟਾਕਰੇ ਤੇ ਜ਼ੁਲਮਾਂ ਨਾਲ ਸੰਬੰਧਿਤ ਘਟਨਾਵਾਂ ਨੂੰ ਹੀ ਵੱਧ ਅਹਿਮ ਮੰਨਦੀ ਹੈ। ਸਿੱਖਾਂ ਦੀ ਵੱਡੀ ਬਹੁਗਿਣਤੀ ਲਗਭਗ 90% ਤਕਰੀਬਨ ਇਹ ਮਹਿਸੂਸ ਕਰਦੀ ਹੈ ਕਿ ਇਤਿਹਾਸ ਉਹਨਾਂ ਦੀ ਧਾਰਮਿਕ ਪਰੰਪਰਾ ਦਾ ਅਨਿੱਖੜਵਾਂ ਅੰਗ ਹੈ। ਸਿੱਖ ਇਤਿਹਾਸ ਕੋਈ ਦੂਰ ਅਤੀਤ ਦੀ ਗੱਲ ਨਹੀਂ ਹੈ ਜਿਸ ਦੀ ਇਤਿਹਾਸਕ ਤੌਰ ਤੇ ਪੁਸ਼ਟੀ ਨਾ ਹੋ ਸਕੇ। ਇਹ ਨੇੜਲੇ ਸਮੇਂ ਦੀਆਂ ਘਟਨਾਵਾਂ ਤੇ ਆਧਾਰਿਤ ਹੈ, ਜਿਨ੍ਹਾਂ 'ਚੋਂ ਕਈਆਂ ਦੇ ਤਕੜੇ ਇਤਿਹਾਸਕ ਪ੍ਰਮਾਣ ਮਿਲ ਜਾਂਦੇ ਹਨ ਅਤੇ ਬਾਕੀਆਂ ਦਾ ਵੀ ਘੱਟੋ ਘੱਟ ਕੁਝ ਨਾ ਕੁਝ ਇਤਿਹਾਸਕ ਆਧਾਰ ਜ਼ਰੂਰ ਹੈ। ਇਸ ਕਰਕੇ ਸਿੱਖਾਂ ਲਈ ਇਹ ਬਹੁਤ ਯਥਾਰਥਕ ਵੀ ਹੈ ਤੇ ਭਾਵਪੂਰਤ ਵੀ। ਇਸ ਵਜ੍ਹਾ ਕਰਕੇ ਸਿੱਖ ਪੰਥ ਨੂੰ ਜਦ ਵੀ ਕਦੇ ਵਰਤਮਾਨ ਦੀ ਕਿਸੇ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਨੈਤਿਕ ਪ੍ਰੇਰਨਾ ਲਈ ਉਸ ਦਾ ਮੁੱਖ ਸੁਭਾਵਕ ਰੂਪ ਵਿੱਚ ਹੀ ਅਤੀਤ ਵੱਲ ਘੁੰਮ ਜਾਂਦਾ ਹੈ। ਅਜਿਹੇ ਮੌਕੇ ਸਿੱਖ ਵਰਤਮਾਨ ਨੂੰ ਅਤੀਤ ਰਾਹੀਂ ਵੇਖਣਾ ਸ਼ੁਰੂ ਕਰ ਦਿੰਦੇ ਹਨ। ਉਹ ਝੱਟ ਬਿਨਾਂ ਖੇਚਲ ਕੀਤਿਆਂ ਵਰਤਮਾਨ ਦੀ ਤਾਰ ਨੂੰ ਅਤੀਤ ਨਾਲ ਜੋੜ ਲੈਂਦੇ ਹਨ। ਆਪਣੇ ਸਮਕਾਲੀ ਦੁਸ਼ਮਣਾਂ ਨੂੰ ਉਹ ਆਪਣੇ ਇਤਿਹਾਸ ਅੰਦਰਲੇ ਖਲਨਾਇਕਾਂ ਅਥਵਾ ਆਪਣੇ ਪੁਰਾਣੇ ਬਦਨਾਮ ਦੁਸ਼ਮਣਾਂ ਨਾਲ ਮੇਲਣਾ ਅਤੇ ਇਉਂ ਉਹਨਾਂ ਨੂੰ ਤਿੱਖੀ ਨਫ਼ਰਤ ਨਾਲ ਵੇਖਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਉਹਨਾਂ ਅੰਦਰ ਵੇਲੇ ਦੀ ਵਿਰੋਧੀ ਤਾਕਤ ਦੇ ਖਿਲਾਫ ਝਟਪਟ ਤੂਫਾਨੀ ਰੋਹ ਅਤੇ ਵਿਦਰੋਹ ਪੈਦਾ ਹੋ ਉੱਠਦਾ ਹੈ। ਇਸ ਦੇ ਇੱਕਦਮ ਉਲਟ ਜੱਦੋ-ਜਹਿਦ ਵਿੱਚ ਸਰਗਰਮ ਸਿੱਖ ਆਪਣੇ ਆਪ ਨੂੰ ਪ੍ਰਤੀਕ ਰੂਪ ਵਿੱਚ ਇਤਿਹਾਸ ਅੰਦਰਲੇ ਸ਼ਹੀਦਾਂ ਤੇ ਨਾਇਕਾਂ ਨਾਲ ਜੋੜ ਲੈਂਦੇ ਹਨ। ਉਹਨਾਂ ਵੱਲੋਂ ਸਿੱਖ ਇਤਿਹਾਸ ਅੰਦਰਲੇ ਖਾਸ ਕਾਂਡਾਂ ਤੇ ਘਟਨਾਵਾਂ ਨੂੰ ਵਾਰ-ਵਾਰ ਚਿਤਵਿਆ ਜਾਂਦਾ ਹੈ, ਜਿਸ ਨਾਲ ਉਹਨਾਂ ਅੰਦਰ ਧਰਮ ਹੇਤ ਸੀਸ ਵਾਰਨ ਦਾ ਜਜ਼ਬਾ ਆਪ ਮੁਹਾਰੇ ਅੰਗੜਾਈ ਲੈ ਉੱਠਦਾ ਹੈ। ਮਿਸਾਲ ਦੇ ਤੌਰ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਆਰੰਭ ਵਿੱਚ ਸਿੱਖ ਪੰਥ ਦੀਆਂ ਅਗਵਾਨੂ ਤਾਕਤਾਂ ਦੁਆਰਾ ਸਿੱਖ ਜਨਤਾ ਦੇ ਮਨਾਂ ਅੰਦਰ ਦਰਬਾਰ ਸਾਹਿਬ ਉੱਤੇ ਬਸਤੀਵਾਦੀ ਹਾਕਮਾਂ ਦੇ ਕੰਟਰੋਲ ਵਿਰੁੱਧ ਰੋਹ ਪੈਦਾ ਕਰਨ ਲਈ ਇੱਕ ਪੰਥਕ ਅਖਬਾਰ ਵਿੱਚ ਕੀ ਦਰਬਾਰ ਸਾਹਿਬ ਸਿੱਖਾਂ ਦਾ ਹੈ ਦੇ ਉਤੇਜਨਾ ਉਪਜਾਊ ਅਨੁਵਾਨ ਹੇਠ ਇੱਕ ਜਜ਼ਬਾਤ ਪਰੋਨਾ ਲੇਖ ਛਾਪਿਆ ਗਿਆ, ਜਿਸ ਵਿੱਚ ਸਿੱਖ ਜਨਤਾ ਨੂੰ ਝੰਜੋੜਨ ਲਈ ਇਸ ਤਰ੍ਹਾਂ ਦੇ ਨਿਹੋਰੇ ਦਿੱਤੇ ਗਏ ਸਨ ਕਿ ਜੇ ਤੁਹਾਡੇ ਅੰਦਰ ਭਾਈ ਮਨੀ ਸਿੰਘ ਵਰਗੀ ਕੁਰਬਾਨੀ ਨਹੀਂ, ਜੇ ਤੁਹਾਡੇ ਅੰਦਰ ਭਾਈ ਮਹਿਤਾਬ ਸਿੰਘ ਵਰਗੀ ਅਣਖ ਨਹੀਂ, ਜੇ ਤੁਹਾਡੇ ਸੀਨੇ ਅੰਦਰ ਅਕਾਲੀ ਫੂਲਾ ਸਿੰਘ ਵਰਗਾ ਦਿਲ ਨਹੀਂ, ਤਾਂ ਕਿਉਂ ਨਹੀਂ ਐਲਾਨ ਕਰ ਦਿੰਦੇ ਕਿ ਸ਼੍ਰੀ ਦਰਬਾਰ ਸਾਹਿਬ ਹੁਣ ਸਿੱਖਾਂ ਦਾ ਨਹੀਂ ਰਿਹਾ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇੱਥੇ ਸੁਚੇਤ ਰੂਪ ਵਿੱਚ ਇਤਿਹਾਸ ਅੰਦਰਲੇ ਉਹਨਾਂ 3 ਸਿੱਖ ਸ਼ਹੀਦਾਂ ਦੇ ਨਾਮ ਚਿਤਾਰੇ ਗਏ ਹਨ, ਜਿਨ੍ਹਾਂ ਦਾ ਸ਼੍ਰੀ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਦੀ ਰਾਖੀ ਲਈ ਜੱਦੋ-ਜਹਿਦ ਦੇ ਨਾਲ ਸਿੱਧਾ ਤੇ ਨਜ਼ਦੀਕੀ ਸੰਬੰਧ ਜੁੜਿਆ ਹੋਇਆ ਹੈ। ਸਿੱਖਾਂ ਦੀ ਜੱਦੋ-ਜਹਿਦ ਦੇ ਦੌਰਾਨ ਸਮਕਾਲੀ ਹਾਲਤਾਂ ਦੇ ਸਨਮੁਖ ਉਹਨਾਂ ਦੀ ਰੋਜ਼ਾਨਾ ਅਰਦਾਸ ਵੀ ਵੱਖਰਾ ਪ੍ਰਸੰਗ ਤੇ ਮਹੱਤਵ ਅਖਤਿਆਰ ਕਰ ਜਾਂਦੀ ਹੈ। ਮਿਸਾਲ ਵਜੋਂ ਪ੍ਰਿੰਸੀਪਲ ਤੇਜਾ ਸਿੰਘ ਦੇ ਦੱਸਣ ਮੁਤਾਬਕ ਨਨਕਾਣਾ ਸਾਹਿਬ ਦੇ ਸਾਕੇ ਫਰਵਰੀ 1921 ਤੋਂ ਝੱਟ ਬਾਅਦ ਜਦ ਭਾਈ ਜੋਧ ਸਿੰਘ ਨੇ ਨਨਕਾਣਾ ਸਾਹਿਬ ਵਿਖੇ ਗੁਰਦੁਆਰੇ ਦੇ ਅਹਾਤੇ ਅੰਦਰ ਜੁੜੇ ਭਾਰੀ ਦੀਵਾਨ ਵਿੱਚ ਸਿੱਖ ਅਰਦਾਸ ਦੇ ਸ਼ਬਦ ਉਚਾਰੇ ਤਾਂ ਇਉਂ ਲੱਗਾ ਜਿਵੇਂ ਪੁਰਾਣੇ ਸਿੱਖ ਇਤਿਹਾਸ ਦਾ ਕੋਈ ਵਰਕਾ ਮੁੜ ਪਲਟ ਕੇ ਸਾਹਮਣੇ ਆ ਗਿਆ ਹੋਵੇ। ਇਸ ਤਰ੍ਹਾਂ ਜਦ ਵਰਤਮਾਨ ਦੀ ਤਾਰ ਅਤੀਤ ਨਾਲ ਜਾ ਜੁੜਦੀ ਹੈ ਤਾਂ ਵਰਤਮਾਨ ਦੇ ਮੰਚ ਤੇ ਅਤੀਤ ਦੀਆਂ ਕਈ ਖੇਡਾਂ ਮੁੜ ਖੇਡੀਆਂ ਜਾਂਦੀਆਂ ਹਨ।
ਬਾਬਾ ਦੀਪ ਸਿੰਘ ਤੇ ਬਾਬਾ ਗੁਰਬਖਸ਼ ਸਿੰਘ ਵਰਗੇ ਸ਼ਹੀਦ ਸੂਰਮਿਆਂ ਦੀਆਂ ਰੂਹਾਂ ਵਰਤਮਾਨ ਦੇ ਜੁਝਾਰੂਆਂ ਅੰਦਰ ਪ੍ਰਵੇਸ਼ ਕਰ ਜਾਂਦੀਆਂ ਹਨ ਅਤੇ ਇੱਕ ਵਾਰ ਫਿਰ ਦਰਬਾਰ ਸਾਹਿਬ ਸਮੂਹ ਦੇ ਅੰਦਰ ਸੀਸ ਤਲੀ ਤੇ ਧਰਨ ਦੀ ਖੇਡ ਦਾ ਰੋਮਾਂਚਕਾਰੀ ਪ੍ਰਦਰਸ਼ਨ ਵੇਖਣ ਨੂੰ ਮਿਲਦਾ ਹੈ। ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਇਤਿਹਾਸ ਦਾ ਲੰਮਾ ਪੈਂਡਾ ਤੈਅ ਕਰਕੇ ਨਵੇਂ ਜਾਮਿਆਂ 'ਚ ਮੁੜ ਆ ਪ੍ਰਗਟ ਹੁੰਦੇ ਹਨ ਅਤੇ ਅਜਿਹਾ ਕੌਤਕ ਵਾਪਰਦਾ ਹੈ ਕਿ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਨ ਵਾਲੇ ਦੋਖੀਆਂ ਦੀ ਸੁਰੱਖਿਆ ਦੇ ਕਿਲ੍ਹਿਆਂ ਦੇ ਅੰਦਰੋਂ ਹੀ ਪਾੜ ਪੈ ਤੁਰਦੇ ਹਨ। 8 ਦਹਾਕਿਆਂ ਦੇ ਵਕਫੇ ਬਾਅਦ ਭਾਈ ਲਛਮਣ ਸਿੰਘ ਦੇ ਜੈਕਾਰਿਆਂ ਦੀ ਗੂੰਜ ਪੂਨੇ ਦੀ ਯੇਰਵੜਾ ਜੇਲ੍ਹ ਦੇ ਅਹਾਤੇ 'ਚੋਂ ਮੁੜ ਸੁਣਾਈ ਦੇਣ ਲੱਗਦੀ ਹੈ। ਸੋ ਇਸ ਢੰਗ ਨਾਲ ਸਿੱਖ ਸੁਰਮਗਤੀ ਭਰੇ ਕਾਰਨਾਮਿਆਂ ਰਾਹੀਂ ਆਪਣੇ ਪੂਰਵਜਾਂ ਨਾਲ ਜਾ ਜੁੜਦੇ ਹਨ। ਇਹ ਖੇਲ ਕਠਨ ਹੈ, ਪਰ ਅਤੀਤ ਦੀਆਂ ਰੂਹਾਂ ਨੂੰ ਮੁੜ ਜਗਾਉਣ ਦਾ ਇਹ ਅਮਲ ਇੰਨਾ ਸਹਿਲ ਤੇ ਸਰਲ ਪੱਧਰਾ ਨਹੀਂ ਹੈ। ਆਖਰ ਕੌਮੀ ਵਿਰਸਾ ਕੋਈ ਪੱਧਰੇ ਪਿਆ ਲਾਵਾਰਸ ਖਜ਼ਾਨਾ ਨਹੀਂ ਕਿ ਕਿਸੇ ਦਾ ਜਦੋਂ ਜੀ ਕੀਤਾ ਇਸ ਉੱਤੇ ਹੱਕ ਜਮਾ ਲਿਆ। ਵਿਰਸਾ ਕੌਮਾਂ ਦਾ ਰੂਹਾਨੀ ਸਰਮਾਇਆ ਹੁੰਦਾ ਹੈ। ਇਸ ਨਾਲ ਕੋਈ ਰੂਹਾਂ ਵਾਲਾ ਹੀ ਸੰਵਾਦ ਰਚਾ ਸਕਦਾ ਹੈ। ਇਹ ਸੁਭਾਗ ਹਰ ਕਿਸੇ ਨੂੰ ਨਸੀਬ ਨਹੀਂ ਹੋ ਸਕਦਾ। ਜਿਵੇਂ ਕਿ ਕਿਸੇ ਵੀ ਮੁਲਵਾਨ ਸ਼ਹਿ ਦੇ ਮਾਮਲੇ 'ਚ ਅਕਸਰ ਵਾਪਰਦਾ ਹੈ, ਸਿੱਖ ਕੌਮ ਦੇ ਅਮੀਰ ਵਿਰਸੇ ਦੀ ਦਾਅਵੇਦਾਰੀ ਨੂੰ ਲੈ ਕੇ ਇਤਿਹਾਸ ਵਿੱਚ ਸਿੱਖ ਪੰਥ ਅੰਦਰ ਹਮੇਸ਼ਾ ਹੀ ਤਿੱਖੀਆਂ ਵੰਡਾਂ ਤੇ ਬਖੇੜੇ ਖੜੇ ਹੁੰਦੇ ਰਹੇ ਹਨ। ਇਤਿਹਾਸ ਦੇ ਮੰਚ ਤੇ ਹਮੇਸ਼ਾ ਹੀ ਇੱਕ ਤੋਂ ਬਹੁਤੇ ਦਾਅਵੇਦਾਰ ਪੇਸ਼ ਹੁੰਦੇ ਰਹੇ ਹਨ, ਪਰ ਅੰਤ ਵਿੱਚ ਜਾ ਕੇ ਇਸ ਮੁਕੱਦਮੇਬਾਜ਼ੀ ਵਿੱਚ ਇਤਿਹਾਸ ਦਾ ਫੈਸਲਾ ਉਸ ਧਿਰ ਦੇ ਪੱਖ ਵਿੱਚ ਹੋਇਆ ਜੋ ਆਪਣੀ ਵਿਚਾਰਧਾਰਾ ਤੇ ਅਮਲ ਦੇ ਜ਼ਰੀਏ ਇਸ ਵਿਰਸੇ ਦੀ ਰੂਹ ਦੇ ਹਾਣ ਪ੍ਰਵਾਨ ਦੀ ਹੋਣ ਦੇ ਵੱਧ ਪੁਖਤਾ ਸਬੂਤ ਜੁਟਾ ਸਕੀ। ਇਤਿਹਾਸ ਦੀ ਇਸ ਅਦਾਲਤ ਵਿੱਚ ਕਦੇ ਵੀ ਜਾਲੀ ਪ੍ਰਮਾਣ ਪੱਤਰ ਪ੍ਰਵਾਨ ਨਹੀਂ ਹੋਇਆ। ਇਤਿਹਾਸ ਦੇ ਨਾਇਕ ਬਣਨ ਦਾ ਮਾਣ ਉਸੇ ਦੇ ਹਿੱਸੇ ਆਇਆ ਜੋ ਸੱਚਾ ਪ੍ਰਮਾਣ ਪੱਤਰ ਪੇਸ਼ ਕਰ ਸਕਿਆ। ਜਿਹੜੇ ਕਿਸੇ ਵੀ ਪੱਖੋਂ ਕੱਚੇ ਜਾਪੇ ਉਹ ਇਤਿਹਾਸਕ ਅਮਲ ਦੇ ਹਾਸ਼ੀਏ ਤੇ ਜਾ ਟਿਕੇ। ਗਦਰੀ ਦੇਸ਼ ਭਗਤਾਂ, ਜਿਨ੍ਹਾਂ ਚੋਂ ਵੱਡੀ ਗਿਣਤੀ ਪੰਜਾਬ ਦੇ ਸਿੱਖ ਕਿਸਾਨਾਂ ਦੀ ਸੀ, ਨੇ 20ਵੀਂ ਸਦੀ ਦੇ ਆਰੰਭਕ ਵਰ੍ਹਿਆਂ ਅੰਦਰ 1914-15 ਪੰਜਾਬ ਦੀ ਜਨਤਾ ਨੂੰ ਬਰਤਾਨਵੀ ਸਾਮਰਾਜਵਾਦ ਦੀ ਗੁਲਾਮੀ ਵਿਰੁੱਧ ਹਥਿਆਰਬੰਦ ਬਗਾਵਤ ਲਈ ਉਤੇਜਿਤ ਕਰਨ ਦੇ ਮਨੋਰਥ ਨਾਲ ਜੁਝਾਰੂ ਸਿੱਖ ਵਿਰਸੇ ਦੀ ਸੁਚੇਤ ਵਰਤੋਂ ਕਰਨ ਦੇ ਗਹਿਰ ਗੰਭੀਰ ਯਤਨ ਕੀਤੇ ਸਨ। ਗਦਰੀ ਸਾਹਿਤ ਤੇ ਸਰਗਰਮੀਆਂ ਉੱਤੇ ਸਰਸਰੀ ਝਾਤ ਮਾਰਿਆਂ ਹੀ ਦੋ ਤੱਥ ਉਗੜਵੇਂ ਰੂਪ 'ਚ ਸਾਹਮਣੇ ਆ ਜਾਂਦੇ ਹਨ। ਇੱਕ ਇਹ ਕਿ ਸਿੱਖ ਪਿਛੋਕੜ 'ਚੋਂ ਆਏ ਗਦਰੀ ਦੇਸ਼ ਭਗਤਾਂ ਨੂੰ ਗੁਲਾਮੀ ਵਿਰੁੱਧ ਬਗਾਵਤ ਕਰਨ ਲਈ ਪ੍ਰੇਰਿਤ ਕਰਨ ਵਾਲਾ ਪ੍ਰਮੁੱਖ ਤੱਤ ਕੋਈ ਹੋਰ ਨਹੀਂ, ਜੁਝਾਰੂ ਸਿੱਖ ਵਿਰਸਾ ਹੀ ਸੀ। ਦੂਜਾ, ਪੰਜਾਬ ਦੀ ਸਿੱਖ ਜਨਤਾ ਨੂੰ ਬਗਾਵਤ ਲਈ ਉਭਾਰਨ ਵਾਸਤੇ ਵੀ ਉਹਨਾਂ ਇਸ ਪੱਖ ਉੱਤੇ ਉਚੇਚਾ ਜ਼ੋਰ ਦਿੱਤਾ। ਉਹਨਾਂ ਦੁਆਰਾ ਰਚੀਆਂ ਕਵਿਤਾਵਾਂ ਅਤੇ ਉਹਨਾਂ ਦੀਆਂ ਲਿਖਤਾਂ ਤੇ ਭਾਸ਼ਣਾਂ ਅੰਦਰ ਜੁਝਾਰੂ ਸਿੱਖ ਵਿਰਸੇ ਦਾ ਉਲੇਖ ਆਮ ਦੇਖਣ ਨੂੰ ਮਿਲਦਾ ਹੈ। ਪਰ ਆਪਣੇ ਸਾਰੇ ਸੁਹਿਰਦ ਯਤਨਾਂ ਦੇ ਬਾਵਜੂਦ ਗਦਰੀ ਦੇਸ਼ ਭਗਤਾਂ ਦੀਆਂ ਪ੍ਰਚਾਰ ਸਰਗਰਮੀਆਂ ਸਿੱਖ ਜਨਤਾ ਦੇ ਮਨਾਂ ਨੂੰ ਟੁੰਬਣ 'ਚ ਬਹੁਤੀਆਂ ਸਫਲ ਨਾ ਹੋ ਸਕੀਆਂ। ਕਾਰਨ ਇਹ ਨਹੀਂ ਕਿ ਪੰਜਾਬ ਦੀ ਸਿੱਖ ਜਨਤਾ ਬਰਤਾਨਵੀ ਹਕੂਮਤ ਵਿਰੁੱਧ ਲੜਨ ਦਾ ਮਨ ਜਾਂ ਇਰਾਦਾ ਨਹੀਂ ਸੀ ਰੱਖਦੀ, ਕਿਉਂਕਿ ਇਸ ਤੋਂ ਥੋੜ੍ਹੇ ਹੀ ਚਿਰ ਬਾਅਦ ਉਹੀ ਸਿੱਖ ਜਨਤਾ ਗੁਰਦੁਆਰਿਆਂ ਨੂੰ ਮਹੰਤਾਂ ਦੇ ਚੁੰਗਲ ਤੋਂ ਮੁਕਤ ਕਰਾਉਣ ਲਈ ਛਿੜੇ ਅੰਦੋਲਨ ਵਿੱਚ ਬਰਤਾਨਵੀ ਹਕੂਮਤ ਵਿਰੁੱਧ ਮਰਨ ਮਾਰਨ ਤੇ ਉਤਾਰੂ ਹੋ ਗਈ ਸੀ। ਗਦਰੀ ਦੇਸ਼ ਭਗਤਾਂ ਦੇ ਇਸ ਅਸਫਲ ਤੇ ਨਿਰਾਸ਼ਾਜਨਕ ਤਜਰਬੇ ਦੀ ਤੁਲਨਾ ਵਿੱਚ ਗੁਰਦੁਆਰਿਆਂ ਦੀ ਆਜ਼ਾਦੀ ਦੇ ਅੰਦੋਲਨ ਦੌਰਾਨ ਸਿੱਖ ਪੰਥ ਦੀਆਂ ਅਗਵਾਨੂ ਤਾਕਤਾਂ ਸਿੱਖ ਜਨਤਾ ਅੰਦਰ ਕੁਰਬਾਨੀ ਤੇ ਸ਼ਹਾਦਤ ਦਾ ਜਜ਼ਬਾ ਉਭਾਰਨ ਵਿੱਚ ਸੰਪੂਰਨਤਾ ਦੀ ਹੱਦ ਤੱਕ ਸਫਲ ਹੋ ਗੁਜ਼ਰੀਆਂ ਸਨ। ਇਤਿਹਾਸ ਦੇ ਇਹਨਾਂ ਦੋ ਟਕਰਾਵੇਂ ਤਜਰਬਿਆਂ ਦੀ ਹਕੀਕਤ ਸਿੱਖ ਜੱਦੋ-ਜਹਿਦ ਦੇ ਮੂਲ ਖਾਸੇ ਤੇ ਗਤੀ ਅਮਲ ਨੂੰ ਸਮਝਣ ਲਈ ਬੇਹੱਦ ਮਹੱਤਵਪੂਰਨ ਹੈ। ਪਿਛਲੀ ਸਦੀ ਦੇ ਸਮੁੱਚੇ ਸਿੱਖ ਅਮਲ ਉੱਤੇ ਸਰਸਰੀ ਝਾਤ ਮਾਰਿਆਂ ਹੀ ਇਹ ਤੱਥ ਸਾਫ਼ ਪਛਾਣਿਆ ਜਾ ਸਕਦਾ ਹੈ ਕਿ ਸਿੱਖ ਜਨਤਾ ਇੱਕ ਤਾਂ ਹਰ ਮਸਲੇ ਤੇ ਹੀ ਅਤੇ ਦੂਜਾ ਹਰ ਕਿਸੇ ਵੱਲੋਂ ਵੀ ਬਿਗਲ ਵਜਾ ਦੇਣ ਤੇ ਜਾਨਾਂ ਵਾਰਨ ਲਈ ਤਤਪਰ ਨਹੀਂ ਹੋ ਜਾਂਦੀ। ਸਿੱਖ ਕੌਮ ਅੰਦਰ ਜੱਦੋ-ਜਹਿਦ ਤੇ ਕੁਰਬਾਨੀ ਦਾ ਜਜ਼ਬਾ ਉਭਾਰਨ ਵਿੱਚ ਸਭ ਤੋਂ ਪ੍ਰਮੁੱਖ ਭੂਮਿਕਾ ਮੁੱਦੇ ਤੇ ਮਨੋਰਥ ਦੀ ਹੈ, ਅਰਥਾਤ ਲੜਾਈ ਕਿਸੇ ਮੁੱਦੇ ਤੇ ਅਤੇ ਕਿਸੇ ਮਨੋਰਥ ਲਈ ਲੜੀ ਜਾਂਦੀ ਹੈ। ਇਹ ਇੱਕ ਆਮ ਸੱਚਾਈ ਹੈ ਕਿ ਕਿਸੇ ਵੀ ਸਮਾਜੀ ਵਰਗ ਜਾਂ ਭਾਈਚਾਰੇ ਨੂੰ ਜੱਦੋ-ਜਹਿਦ ਲਈ ਉਭਾਰਨ ਵਾਸਤੇ ਕੋਈ ਅਜਿਹਾ ਮਸਲਾ ਅੱਗੇ ਲਿਆਉਣਾ ਜ਼ਰੂਰੀ ਹੋ ਜਾਂਦਾ ਹੈ ਜੋ ਉਹਨਾਂ ਦੇ ਧਿਆਨ ਦਾ ਕੇਂਦਰ ਬਿੰਦੂ ਬਣ ਸਕੇ, ਅਰਥਾਤ ਅਜਿਹਾ ਫੋਕਸ ਜੋ ਉਹਨਾਂ ਨੂੰ ਵੱਧ ਸ਼ਿੱਦਤ ਨਾਲ ਟੁੰਬ ਸਕੇ। ਆਪਣੇ ਮੂਲ ਚਰਿੱਤਰ ਤੇ ਸੰਵੇਦਨਸ਼ੀਲਤਾ ਦੇ ਪੱਖ ਤੋਂ ਸਾਰੇ ਵਰਗ ਜਾਂ ਕੌਮੀ ਭਾਈਚਾਰੇ ਇੱਕੋ ਜਿਹੇ ਨਹੀਂ ਹੋਇਆ ਕਰਦੇ, ਹੋ ਹੀ ਨਹੀਂ ਸਕਦੇ, ਕਿਉਂਕਿ ਅਜਿਹਾ ਹੋ ਜਾਣ ਨਾਲ ਕੁਦਰਤ ਦੇ ਵੰਨ ਸੁਵੰਨਤਾ ਦੇ ਨਿਯਮ ਵਿੱਚ ਭੰਗਣਾ ਪੈਂਦੀ ਹੈ।
ਹਰ ਕੌਮ ਦੇ ਮਨਾਂ ਦੇ ਨਾਜ਼ੁਕ ਹਿੱਸੇ ਅਲੱਗ-ਅਲੱਗ ਹੋਇਆ ਕਰਦੇ ਹਨ। ਕੋਈ ਕਿਸੇ ਖਾਸ ਗੱਲ ਦੀ ਵੱਧ ਚੋਭ ਮੰਨਦਾ ਹੈ ਤੇ ਕੋਈ ਦੂਸਰਾ ਕਿਸੇ ਹੋਰ ਗੱਲ ਦੀ। ਕਿਸੇ ਦਾ ਕੌਮੀ ਸਵੈ-ਮਾਣ ਕਿਸੇ ਖਾਸ ਗੱਲ ਨਾਲ ਜੁੜਿਆ ਹੁੰਦਾ ਹੈ ਤੇ ਕਿਸੇ ਦੂਸਰੇ ਦਾ ਕਿਸੇ ਹੋਰ ਗੱਲ ਨਾਲ। ਮਨੁੱਖਾਂ ਤੇ ਕੌਮੀ ਭਾਈਚਾਰਿਆਂ ਵਿਚਕਾਰ ਇਹ ਵੱਖਰੇਵੇਂ ਨਿਰੋਲ ਇਤਿਹਾਸ ਦੀ ਦੇਣ ਨਹੀਂ ਹੁੰਦੇ। ਇਸ ਵਿੱਚ ਇਲਾਹੀ ਰਹਿਮਤ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ। ਪੈਗੰਬਰ ਦੀ ਮੰਨਤਾ ਹਰ ਸੰਗਠਿਤ ਧਰਮ ਦਾ ਬੁਨਿਆਦੀ ਆਧਾਰ ਹੈ। ਹਰ ਧਰਮ ਦੇ ਲੋਕ ਆਪਣੇ ਪੈਗੰਬਰਾਂ ਨੂੰ ਪਰਮੇਸ਼ਰ ਮੰਨਦੇ ਤੇ ਉਹਨਾਂ ਪ੍ਰਤੀ ਅਨੰਤ ਸ਼ਰਧਾ ਤੇ ਸਨੇਹ ਜਤਾਉਂਦੇ ਹਨ। ਪਰ ਸਿੱਖਾਂ ਦੀ ਆਪਣੇ ਗੁਰੂਆਂ ਨਾਲ ਮੋਹ ਮੁਹੱਬਤ ਦੀ ਤਾਸੀਰ ਹੀ ਕੁਝ ਅਲੱਗ ਹੈ। ਆਪਣੇ ਗੁਰੂਆਂ ਦੀ ਹਰ ਯਾਦ ਅਤੇ ਉਹਨਾਂ ਦੀ ਹਰ ਨਿਸ਼ਾਨੀ ਪ੍ਰਤੀ ਜੋ ਅਦਬ ਅਤੇ ਪਿਆਰ ਸਿੱਖ ਹਿਰਦਿਆਂ ਅੰਦਰ ਹੈ, ਉਹ ਲਾਮਿਸਾਲ ਤਾਂ ਹੈ ਹੀ, ਲਾਜਵਾਬ ਵੀ ਹੈ। ਧਾਰਮਿਕ ਗ੍ਰੰਥਾਂ ਵਿੱਚ ਅਟੁੱਟ ਸ਼ਰਧਾ ਹਰ ਧਰਮ ਦਾ ਮੂਲ ਆਧਾਰ ਹੈ, ਪਰ ਸਿੱਖ ਧਰਮ ਅੰਦਰ ਜੋ ਸਥਾਨ ਤੇ ਮਹੱਤਵ ਗੁਰੂ ਗ੍ਰੰਥ ਸਾਹਿਬ ਨੂੰ ਹਾਸਲ ਹੈ, ਉਹ ਦੁਨੀਆ ਅੰਦਰ ਹੋਰ ਕਿਸੇ ਧਾਰਮਿਕ ਗ੍ਰੰਥ ਨੂੰ ਨਹੀਂ। ਸਿੱਖਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਖਾਲੀ ਧਾਰਮਿਕ ਪੋਥੀ ਨਾ ਸਮਝ ਕੇ ਇਸ ਨੂੰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਅਤੇ ਹਾਜ਼ਰਾ ਹਜ਼ੂਰ ਗੁਰੂ ਦਾ ਰੁਤਬਾ ਦੇਣਾ ਧਰਮਾਂ ਦੇ ਇਤਿਹਾਸ ਅੰਦਰ ਅਨੂਠੀ ਮਿਸਾਲ ਹੈ। ਗੁਰਦੁਆਰਾ ਸਿੱਖਾਂ ਲਈ ਗੁਰੂ ਦਾ ਘਰ ਹੈ, ਅਰਥਾਤ ਉਹ ਮੁਕੱਦਸ ਸਥਾਨ ਜਿੱਥੇ ਗੁਰੂ ਆਪ ਵਸਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ। ਇਸ ਤਰ੍ਹਾਂ ਗੁਰਦੁਆਰਾ ਸਿੱਖਾਂ ਲਈ ਖਾਲੀ ਪੂਜਾ ਦਾ ਸਥਾਨ ਨਾ ਹੋ ਕੇ ਗੁਰੂ ਦਾ ਠਿਕਾਣਾ ਹੈ, ਜਿਸ ਦੀ ਜਾਂ ਤਾਂ ਕਿਸੇ ਪਾਤਸ਼ਾਹੀ ਨਾਲ ਸਿੱਧੀ ਇਤਿਹਾਸਕ ਸਾਂਝ ਜੁੜੀ ਹੋਈ ਹੈ ਅਤੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੇ ਪਾਠ ਦਾ ਸਦਕਾ ਹੀ ਇਹ ਸਿੱਖਾਂ ਨੂੰ ਗੁਰੂ ਦੀ ਨਿਰੰਤਰ ਹੋਂਦ ਦਾ ਅਹਿਸਾਸ ਕਰਾਉਂਦਾ ਹੈ। ਇਸ ਦ੍ਰਿਸ਼ਟੀ ਤੋਂ ਵੇਖਿਆ ਗੁਰਦੁਆਰਾ ਸਿੱਖਾਂ ਲਈ ਉਹਨਾਂ ਦੀ ਸਭ ਤੋਂ ਵੱਧ ਪਿਆਰੀ ਤੇ ਸਭ ਨਾਲੋਂ ਵੱਧ ਕੇ ਪੂਜਨਿਕ ਹਸਤੀ ਨੂੰ ਅੰਗੀਭੂਤ ਕਰਦੀ ਮੁਕੱਦਸ ਜਗ੍ਹਾ ਹੈ। ਇਸ ਕਰਕੇ ਗੁਰਦੁਆਰਿਆਂ ਨਾਲ ਸਿੱਖਾਂ ਦੇ ਪ੍ਰੇਮ ਭਾਵ, ਲਗਾਓ ਤੇ ਸ਼ਰਧਾ ਦੀ ਕੈਲਕੂਲਸ ਅਸਲੋਂ ਹੀ ਅਨੋਖੀ ਹੈ। ਓਪਰਿਆਂ ਲਈ ਇੱਕਦਮ ਅਚੰਭਾਜਨਕ ਸਿੱਖਾਂ ਦਾ ਸਵੈ-ਮਾਣ ਜਿਸ ਚੀਜ਼ ਨਾਲ ਸਭ ਤੋਂ ਵੱਧ ਜੁੜਿਆ ਹੋਇਆ ਹੈ, ਉਹ ਗੁਰਦੁਆਰੇ ਹਨ। ਇਹ ਸਿੱਖ ਕੌਮ ਦੀ ਆਬਰੂ ਤੇ ਸਨਮਾਨ ਦਾ ਚਿੰਨ੍ਹ ਹਨ। ਇਹੀ ਕਾਰਨ ਹੈ ਕਿ ਗੁਰਦੁਆਰੇ ਦਾ ਕਿਸੇ ਵੀ ਰੂਪ ਵਿੱਚ ਅਪਮਾਨ ਸਿੱਖਾਂ ਲਈ ਸਹਿਣ ਕਰ ਸਕਣਾ ਮੁਸ਼ਕਲ ਹੋ ਜਾਂਦਾ ਹੈ। ਇਹ ਅਣਹੋਣੀ ਤਟਫਟ ਅਤੇ ਅਟੱਲ ਰੂਪ ਵਿੱਚ ਉਹਨਾਂ ਦੀ ਬਰਦਾਸ਼ਤ ਤੋਂ ਬਾਹਰੀ ਹੋ ਨਿਬੜਦੀ ਹੈ। ਇਸ ਗੱਲ ਨੂੰ ਕਰਮ ਸਿੰਘ ਹਿਸਟੋਰੀਅਨ ਤੋਂ ਵੱਧ ਚੰਗੀ ਤਰ੍ਹਾਂ ਹੋਰ ਕੋਈ ਨਹੀਂ ਸਮਝ ਸਕਦਾ ਕਿ ਖਾਲਸਾਈ ਖੂਨ ਨੂੰ ਕੋਈ ਗੱਲ ਐਡੀ ਛੇਤੀ ਜੋਸ਼ ਵਿੱਚ ਨਹੀਂ ਲਿਆਉਂਦੀ ਜਿੱਡੀ ਛੇਤੀ ਕਿ ਗੁਰਦੁਆਰਿਆਂ ਦੀ ਬੇਅਦਬੀ ਦੀ ਖਬਰ ਅਤੇ ਕੁਰਬਾਨੀ ਕਰਨ ਲਈ ਖਾਲਸਾ ਇਤਨਾ ਕਾਹਲਾ ਕਦੇ ਨਹੀਂ ਹੋਇਆ ਜਿਤਨਾ ਕਿ ਗੁਰਦੁਆਰਿਆਂ ਦੀ ਖਾਤਰ। ਅਗਸਤ 1985 ਵਿੱਚ ਪਾਕਿਸਤਾਨ ਦੀ ਫੈਸਲਾਬਾਦ ਜੇਲ੍ਹ ਅੰਦਰ ਵਾਪਰੀ ਇੱਕ ਘਟਨਾ ਇਸ ਦੀ ਪੁਖਤਾ ਉਦਾਹਰਣ ਮੁਹੱਈਆ ਕਰਦੀ ਹੈ। ਇਸ ਤੱਥ ਦੀ ਪੁਸ਼ਟੀ ਇੱਕ ਸਰਵੇਖਣ ਦੁਆਰਾ ਵੀ ਹੋਈ ਹੈ ਕਿ ਦੁਨੀਆ ਦੇ ਹੋਰਨਾਂ ਧਾਰਮਿਕ ਭਾਈਚਾਰਿਆਂ ਦੇ ਮੁਕਾਬਲੇ ਸਿੱਖ ਵੱਧ ਸ਼ਿੱਦਤ ਨਾਲ ਆਪਣੇ ਧਾਰਮਿਕ ਅਸਥਾਨਾਂ ਅਥਵਾ ਗੁਰੂ ਘਰਾਂ ਨਾਲ ਜੁੜੇ ਹੋਏ ਹਨ। ਸਰਵੇਖਣ ਦੇ ਮੁਤਾਬਕ ਪੇਂਡੂ ਸਿੱਖਾਂ 'ਚੋਂ 96.6% ਲੋਕ ਅਕਸਰ ਗੁਰਦੁਆਰੇ ਜਾਂਦੇ ਹਨ। ਇਹਨਾਂ 'ਚੋਂ 38.2% ਅਜਿਹੇ ਹਨ ਜੋ ਲਗਭਗ ਰੋਜ਼ਾਨਾ ਜਾਂ ਵੱਧ ਬਾਕਾਇਦਗੀ ਨਾਲ ਗੁਰਦੁਆਰੇ ਜਾਂਦੇ ਹਨ। ਇਹ ਸਰਵੇਖਣ ਪੇਂਡੂ ਇਲਾਕੇ ਦਾ ਹੈ। ਸ਼ਹਿਰੀ ਸਿੱਖ ਇਸ ਨਾਲੋਂ ਵੀ ਵੱਧ ਬਾਕਾਇਦਗੀ ਨਾਲ ਗੁਰਦੁਆਰੇ ਜਾਂਦੇ ਹਨ। ਇੱਥੋਂ ਤੱਕ ਕਿ ਕਮਿਊਨਿਸਟ ਵੀ ਖਾਸ ਕਰਕੇ ਵੱਡੀ ਉਮਰ ਦੇ ਖਾਸ ਮੌਕਿਆਂ 'ਤੇ ਗੁਰਦੁਆਰੇ ਹਾਜ਼ਰੀ ਲਵਾਉਣ ਤੋਂ ਨਹੀਂ ਖੁੰਝਦੇ। ਇਸ ਦੀ ਤੁਲਨਾ ਵਿੱਚ ਭਾਰਤ ਅੰਦਰ ਮੰਦਰ ਜਾਣ ਵਾਲੇ ਹਿੰਦੂਆਂ ਦੀ ਪ੍ਰਤੀਸ਼ਤਤਾ ਕਿਤੇ ਥੋੜ੍ਹੀ ਸਿਰਫ 9.8 ਹੈ, ਭਾਵੇਂ ਕਿ ਘਰੇ ਹੀ ਅਰਾਧਨਾ ਪੂਜਾ ਕਰਨ ਵਾਲੇ ਹਿੰਦੂਆਂ ਦੀ ਪ੍ਰਤੀਸ਼ਤ 69.3 ਹੈ। ਸਰਵੇਖਣ ਮੁਤਾਬਕ ਗੁਰਦੁਆਰੇ ਸਿੱਖ ਜਗਤ ਅੰਦਰ ਸਿੱਖ ਪਛਾਣ ਦੇ ਚਿੰਨ੍ਹਾਂ ਅਤੇ ਸਿੱਖ ਪੰਥ ਦੀ ਲਾਮਬੰਦੀ ਦੇ ਕੇਂਦਰਾਂ ਦਾ ਰੋਲ ਨਿਭਾਉਂਦੇ ਹਨ ਅਤੇ ਨਾਲ ਹੀ ਸਿੱਖ ਭਾਈਚਾਰੇ ਨੂੰ ਇਕਮੁੱਠ ਕਰਨ ਵਾਲੀ ਤਾਕਤ ਵਜੋਂ ਵੀ। ਜਿਨ੍ਹਾਂ ਸਿੱਖਾਂ ਦਾ ਸਰਵੇਖਣ ਕੀਤਾ ਗਿਆ ਉਹਨਾਂ 'ਚੋਂ 96.4% ਅਜਿਹੇ ਸਨ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਘੱਟੋ ਘੱਟ ਇੱਕ ਵਾਰ ਜ਼ਰੂਰ ਕੀਤੇ ਹੋਏ ਸਨ। ਸਿਰਫ ਗਿਣਤੀ ਦੇ ਕੱਟੜ ਨਾਸਤਿਕ ਹੀ ਹਨ ਜਿਨ੍ਹਾਂ ਅੰਦਰ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਖਿੱਚ ਨਹੀਂ। ਬਾਕੀ ਹਰ ਸੋਚ ਤੇ ਹਰ ਵੰਨਗੀ ਦੇ ਸਿੱਖਾਂ ਅੰਦਰ ਦਰਬਾਰ ਸਾਹਿਬ ਸਮੇਤ ਹੋਰਨਾਂ ਸਿੱਖ ਤੀਰਥ ਕੇਂਦਰਾਂ ਜਿਵੇਂ ਅਨੰਦਪੁਰ ਸਾਹਿਬ, ਹਜ਼ੂਰ ਸਾਹਿਬ, ਫਤਿਹਗੜ੍ਹ ਸਾਹਿਬ, ਦਮਦਮਾ ਸਾਹਿਬ ਆਦਿ ਦੇ ਦਰਸ਼ਨਾਂ ਦੀ ਤੀਬਰ ਅਭਿਲਾਸ਼ਾ ਕਿਸੇ ਕੋਲੋਂ ਭੁੱਲੀ ਹੋਈ ਨਹੀਂ। ਸਰਵੇਖਣ 'ਚੋਂ ਇਹ ਤੱਥ ਵੀ ਜ਼ਾਹਰ ਹੋਇਆ ਕਿ 79% ਸਿੱਖ ਅਜਿਹੇ ਹਨ ਜਿਨ੍ਹਾਂ ਨੇ ਜ਼ਿੰਦਗੀ 'ਚ ਘੱਟੋ ਘੱਟ ਇੱਕ ਵਾਰ ਜ਼ਰੂਰ ਅਖੰਡ ਪਾਠ ਕਰਵਾਇਆ।
ਸੋ ਉਪਰੋਕਤ ਵਿਚਾਰ ਚਰਚਾ ਦਾ ਨਿਚੋੜ ਇਹ ਹੈ ਕਿ ਖਾਲਸਾਈ ਖੂਨ ਨੂੰ ਉਹੀ ਗੱਲ ਜੋਸ਼ ਵਿੱਚ ਲਿਆ ਸਕਦੀ ਹੈ ਜਿਸ ਦਾ ਸਬੰਧ ਸਿੱਧੇ ਤੇ ਸਪਸ਼ਟ ਰੂਪ ਵਿੱਚ ਗੁਰੂ ਸਾਹਿਬਾਨ ਨਾਲ ਜੁੜਿਆ ਹੋਵੇ। ਸਿੱਖ ਆਪਣੀ ਨਿਆਰੀ ਹਸਤੀ ਪ੍ਰਤੀ ਵੀ ਇਸ ਕਰਕੇ ਹੀ ਵੱਧ ਭਾਵੁਕ ਤੇ ਸੰਵੇਦਨਸ਼ੀਲ ਹਨ ਕਿ ਸਰੂਪ ਤੇ ਵਿਚਾਰਧਾਰਾ ਦੋਨਾਂ ਹੀ ਪੱਖਾਂ ਤੋਂ ਸਿੱਖ ਇਸ ਨੂੰ ਆਪਣੇ ਗੁਰੂ ਸਾਹਿਬਾਨ ਦੀ ਬੇਨਜ਼ੀਰ ਬਖਸ਼ਿਸ਼ ਮੰਨ ਕੇ ਚੱਲਦੇ ਹਨ। ਸਿੱਖ ਵਿਸ਼ਵਾਸ ਮੁਤਾਬਕ ਇਹ ਗੁਰੂ ਸਾਹਿਬਾਨ ਵੱਲੋਂ ਆਪਣੇ ਸਿੱਖਾਂ ਨੂੰ ਸੌਂਪੀ ਅਨਮੋਲ ਨਿਸ਼ਾਨੀ ਤੇ ਅਮਾਨਤ ਹੈ ਜਿਸ ਨੂੰ ਮਰਦੇ ਦਮ ਤੱਕ ਸਾਂਭ ਕੇ ਰੱਖਣਾ ਉਹਨਾਂ ਦਾ ਮੁਤਬਰਕ ਫਰਜ਼ ਹੈ। ਇਸ ਦ੍ਰਿਸ਼ਟੀ ਤੋਂ ਦੇਖਿਆਂ ਗਦਰੀ ਦੇਸ਼ ਭਗਤਾਂ ਵੱਲੋਂ ਦਿਖਾਈ ਅੱਤ ਦਰਜੇ ਦੀ ਸੁਹਿਰਦਤਾ, ਸੂਰਮ ਗਤੀ ਤੇ ਕੁਰਬਾਨੀ ਦੇ ਬਾਵਜੂਦ ਸਿੱਖ ਜਨਤਾ ਅੰਦਰ ਜੁਝਾਰੂ ਸਪਿਰਿਟ ਪੈਦਾ ਕਰਨ ਦੀਆਂ ਉਹਨਾਂ ਦੀਆਂ ਉਮੀਦਾਂ ਤੇ ਤਰਕੀਬਾਂ ਦੇ ਅਸਫਲ ਹੋ ਜਾਣ ਦੇ ਕਾਰਨ ਸਪਸ਼ਟ ਹੋ ਜਾਂਦੇ ਹਨ। ਗਦਰੀ ਦੇਸ਼ ਭਗਤਾਂ ਦਾ ਪ੍ਰਮੁੱਖ ਸਰੋਕਾਰ ਸਮੁੱਚੇ ਭਾਰਤ ਦੇਸ਼ ਨੂੰ ਬਰਤਾਨਵੀ ਗਲਬੇ ਤੋਂ ਮੁਕਤ ਕਰਾਉਣਾ ਸੀ ਅਤੇ ਇਸ ਮਨੋਰਥ ਲਈ ਉਹਨਾਂ ਦਾ ਜ਼ੋਰ ਭਾਰਤ ਦੇ ਲੋਕਾਂ ਨੂੰ ਧਾਰਮਿਕ ਤੰਗ ਨਜ਼ਰੀ ਤੋਂ ਉੱਪਰ ਉੱਠਣ ਦੀ ਸਿੱਖਿਆ ਦੇਣ ਤੇ ਲੱਗਾ ਹੋਇਆ ਸੀ। ਇਹ ਪੈਂਤੜਾ ਦੇਖਣ ਨੂੰ ਜਿੰਨਾ ਖਰਾ, ਸ਼ੁੱਧ ਅਤੇ ਮਾਨਵਵਾਦੀ ਤੇ ਨਾਲ ਹੀ ਇਨਕਲਾਬੀ ਪ੍ਰਤੀਤ ਹੁੰਦਾ ਹੈ, ਅਮਲ ਵਿੱਚ ਓਨਾ ਹੀ ਅਸ਼ੁੱਧ ਤੇ ਉਲਟ ਉਪਜਾਊ ਹੈ। ਸਿੱਖ ਕੌਮ ਦੇ ਖਰੇ ਧਾਰਮਿਕ ਸਰੋਕਾਰਾਂ ਤੇ ਖਦਸ਼ਿਆਂ ਨੂੰ ਧਾਰਮਿਕ ਤੰਗ ਨਜ਼ਰੀ ਜਾਂ ਫਿਰਕਾ ਪ੍ਰਸਤੀ ਦਾ ਗੁਨਾਹ ਦੇ ਦੇਣਾ ਸਿੱਖਾਂ ਦੇ ਸੂਖਮ ਭਾਵਾਂ ਤੇ ਸਰੋਕਾਰਾਂ ਪ੍ਰਤੀ ਬੇਰੁਖੀ ਦਾ ਪ੍ਰਗਟਾਵਾ ਕਰਨਾ ਹੈ। ਇਸ ਕਰਕੇ ਆਮ ਸਿੱਖ ਜਨਤਾ ਨੇ ਜੇਕਰ ਗਦਰੀ ਦੇਸ਼ ਭਗਤਾਂ ਦੀਆਂ ਅਪੀਲਾਂ ਤੇ ਕਾਰਵਾਈਆਂ ਪ੍ਰਤੀ ਕੋਈ ਬਹੁਤਾ ਉਤਸ਼ਾਹਪੂਰਨ ਹੁੰਗਾਰਾ ਨਹੀਂ ਭਰਿਆ ਤਾਂ ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ ਹੈ। ਦੇਸ਼ ਦੀ ਆਜ਼ਾਦੀ ਚੋਂ ਸਵੈ ਸਿੱਧ ਹੀ ਭਾਰਤ ਦੇ ਹਰ ਵਰਗ ਦੀ ਆਜ਼ਾਦੀ ਚਿਤਵਣ ਵਾਲਾ ਇਹ ਸਿਧਾਂਤ ਅਤੇ ਪੈਂਤੜਾ ਕਿੰਨਾ ਖੋਖਲਾ ਤੇ ਗੁੰਮਰਾਹਕੁੰਨ ਹੈ, ਸਿੱਖ ਇਸ ਨੂੰ ਭਲੀ ਭਾਂਤ ਵੇਖ ਹੰਢਾ ਚੁੱਕੇ ਹਨ। ਬਾਅਦ ਵਿੱਚ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀ ਵੀ ਮੂਲ ਰੂਪ ਵਿੱਚ ਇਹੀ ਸਿਧਾਂਤਕ ਨਜ਼ਰੀਆ ਤੇ ਪਹੁੰਚ ਅਪਣਾ ਕੇ ਚੱਲੇ। ਸਗੋਂ ਭਗਤ ਸਿੰਘ ਨੇ ਪੱਛਮ ਦੀ ਲਿਬਰਲ ਵਿਚਾਰਧਾਰਾ ਦੇ ਅਸਰ ਹੇਠ ਧਰਮ ਪ੍ਰਤੀ ਆਮ ਰੂਪ ਵਿੱਚ ਹੀ ਕੁਝ ਵਧੇਰੇ ਹੀ ਇਨਕਾਰੀ ਰੁਖ ਧਾਰਨ ਕਰ ਲਿਆ ਸੀ। ਬਚਪਨ ਦੇ ਆਰੀਆ ਸਮਾਜੀ ਸੰਸਕਾਰਾਂ ਉੱਤੇ ਇਸ ਲਿਬਰਲ ਵਿਚਾਰਧਾਰਾ ਦੀ ਪਿਉਂਦ ਨੇ ਭਗਤ ਸਿੰਘ ਨੂੰ ਤਤਕਾਲੀ ਸਿੱਖ ਲਹਿਰ ਪ੍ਰਤੀ ਖਾਸ ਕਰਕੇ ਹੀ ਵਧੇਰੇ ਸਨਕੀ ਰਵੱਈਆ ਅਪਣਾਉਣ ਦੀ ਮੰਦਭਾਗੀ ਪੋਜੀਸ਼ਨ ਵੱਲ ਧੱਕ ਦਿੱਤਾ ਸੀ। ਇਸ ਕਰਕੇ ਗੁਰਦੁਆਰਿਆਂ ਦੀ ਆਜ਼ਾਦੀ ਦੇ ਜਿਸ ਅੰਦੋਲਨ ਨੇ ਸਾਰੀ ਸਿੱਖ ਕੌਮ ਦਾ ਧਿਆਨ ਮੱਲ ਰੱਖਿਆ ਹੋਇਆ ਸੀ, ਉਹ ਅੰਦੋਲਨ ਭਗਤ ਸਿੰਘ ਦੇ ਮਨ ਤੇ ਬਹੁਤਾ ਹਾਂ ਪੱਖੀ ਅਸਰ ਜਾਂ ਉਤਸ਼ਾਹ ਨਹੀਂ ਸੀ ਛੱਡ ਰਿਹਾ। ਇਸ ਕਰਕੇ ਸ਼ਹੀਦ ਭਗਤ ਸਿੰਘ ਦੀ ਦਿਲ ਖਿੱਚਵੀਂ ਸ਼ਹਾਦਤ ਨੇ ਉਸ ਨੂੰ ਸਿੱਖ ਜਨਤਾ ਅੰਦਰ ਭਾਵੇਂ ਕਿ ਬੇਹੱਦ ਹਰਮਨ ਪਿਆਰਾ ਜ਼ਰੂਰ ਬਣਾ ਦਿੱਤਾ ਅਤੇ ਆਪਣੀ ਦਲੇਰੀ ਤੇ ਸੂਰਮਗਤੀ ਸਦਕਾ ਉਸਨੇ ਭਾਰਤ ਦੇ ਹੋਰਨਾਂ ਲੋਕਾਂ ਵਾਂਗ ਹੀ ਸਿੱਖ ਜਨਤਾ ਅੰਦਰ ਵੀ ਮਾਣਯੋਗ ਸ਼ਹੀਦ ਦਾ ਰੁਤਬਾ ਜ਼ਰੂਰ ਹਾਸਲ ਕਰ ਲਿਆ ਹੈ, ਪਰ ਉਹ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਤੇ ਬਾਬਾ ਦੀਪ ਸਿੰਘ ਜੀ ਵਰਗੇ ਸਿੱਖ ਸ਼ਹੀਦਾਂ ਦੀ ਤਰ੍ਹਾਂ ਸਿੱਖ ਪਰੰਪਰਾ ਦਾ ਦ੍ਰਿਸ਼ਟਾਂਤਯੋਗ ਮਾਡਲ ਨਹੀਂ ਬਣ ਸਕਿਆ। ਉਸ ਤੋਂ ਬਾਅਦ ਪੰਜਾਬ ਅੰਦਰ ਖੱਬੇ ਪੱਖੀ ਕਮਿਊਨਿਸਟ ਤਾਕਤਾਂ ਨੇ ਵੀ ਇਸੇ ਸਿਧਾਂਤਕ ਕੁਰਾਹੇ ਉੱਤੇ ਅੱਗੇ ਵੱਧਦੇ ਹੋਏ ਅਲੱਗ-ਅਲੱਗ ਮੌਕਿਆਂ ਤੇ ਇੱਕ ਹੱਥ ਸਿੱਖਾਂ ਦੇ ਜੁਝਾਰੂ ਵਿਰਸੇ ਨੂੰ ਉਚਿਆਉਣ ਪਰ ਦੂਜੇ ਹੱਥ ਉਹਨਾਂ ਦੇ ਧਾਰਮਿਕ ਸਰੋਕਾਰਾਂ ਤੇ ਵਿਸ਼ਵਾਸਾਂ ਪ੍ਰਤੀ ਹੱਦ ਦਰਜੇ ਦਾ ਸਨਕੀ ਰਵੱਈਆ ਅਪਣਾ ਕੇ ਚੱਲਣ ਦੀ ਨਾਕਸ ਪਹੁੰਚ ਅਪਣਾਈ ਰੱਖੀ। ਇਸ ਵਜ੍ਹਾ ਕਰਕੇ ਸਿੱਖ ਕੌਮ ਦੇ ਵੱਡੇ ਹਿੱਸਿਆਂ ਵੱਲੋਂ ਹਰ ਅਹਿਮ ਮੌਕੇ ਤੇ ਖੱਬੇ ਪੱਖੀ ਤਾਕਤਾਂ ਨੂੰ ਠੁਕਰਾ ਕੇ ਅਕਾਲੀ ਰਾਜਨੀਤੀ ਦਾ ਡਟਵਾਂ ਪੱਖਪੂਰਨਾ ਕੋਈ ਸਮਝੋਂ ਬਾਹਰਾ ਵਰਤਾਰਾ ਨਹੀਂ, ਨਿਰਧਾਰਤ ਪੈਰਾਡਾਈਮ ਦੇ ਦਾਇਰੇ ਤੋਂ ਬਾਹਰ ਜਾ ਕੇ ਸਿੱਖ ਵਿਰਸੇ ਦੇ ਜੁਝਾਰੂ ਤੱਤ ਨੂੰ ਵਰਤਣ ਜਾਂ ਹਥਿਆਉਣ ਦੀ ਚੌਗਮਤੀ ਪਹੁੰਚ ਦਾ ਹਸ਼ਰ ਇਸ ਨਾਲੋਂ ਵੱਖਰਾ ਨਹੀਂ ਸੀ ਹੋਣਾ। ਇਤਿਹਾਸ ਦਾ ਇਹ ਤੱਥ ਬਹੁਤ ਹੀ ਮਹੱਤਵਪੂਰਨ ਹੈ ਕਿ ਸਿੱਖ ਰਾਜ ਦੇ ਖਾਤਮੇ ਤੋਂ ਬਾਅਦ ਸਿੱਖ ਜਨਤਾ ਸਿਰਫ ਉਦੋਂ ਹੀ ਵਿਆਪਕ ਪੱਧਰ ਤੇ ਜੱਦੋ-ਜਹਿਦ ਲਈ ਉਤੇਜਿਤ ਹੁੰਦੀ ਰਹੀ ਹੈ ਜਦੋਂ ਕਿਸੇ ਨਾ ਕਿਸੇ ਸ਼ਕਲ ਵਿੱਚ ਗੁਰਦੁਆਰਿਆਂ ਦੀ ਬੇਅਦਬੀ ਦਾ ਮਸਲਾ ਸਿੱਧੇ ਰੂਪ 'ਚ ਸਾਹਮਣੇ ਆ ਖੜਾ ਹੁੰਦਾ ਰਿਹਾ। ਇਸ ਦੀ ਸਿੱਕੇਬੰਦ ਉਦਾਹਰਣ ਗੁਰਦੁਆਰਾ ਸੁਧਾਰ ਲਹਿਰ ਹੈ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਖਾਸ ਕਰਕੇ ਜੈਤੋਂ ਦੇ ਮੋਰਚੇ ਤੱਕ ਅੱਪੜਦਿਆਂ ਸਿੱਖ ਲੀਡਰਸ਼ਿਪ ਨੇ ਭਲੇ ਹੀ ਸਿੱਖ ਸੰਘਰਸ਼ ਨੂੰ ਭਾਰਤ ਦੇ ਆਜ਼ਾਦੀ ਅੰਦੋਲਨ ਦੀ ਮੁੱਖ ਧਾਰਾ ਅੰਦਰ ਸ਼ਾਮਲ ਕਰਨ ਦਾ ਸਿਧਾਂਤਕ ਪੈਂਤੜਾ ਅਖਤਿਆਰ ਕਰ ਲਿਆ ਸੀ, ਪਰ ਇਸ ਤੱਥ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ 1925 ਵਿੱਚ ਜਾ ਕੇ ਗੁਰਦੁਆਰਾ ਐਕਟ ਦੇ ਪਾਸ ਹੋ ਜਾਣ ਨਾਲ ਜਿਉਂ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਮੁੱਦਾ ਠੰਡਾ ਪੈ ਗਿਆ ਤਾਂ ਇਸ ਦੇ ਨਾਲ ਹੀ ਸਿੱਖਾਂ ਦਾ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਅੰਦਰ ਸਰਗਰਮ ਹੋਣ ਦਾ ਜੋਸ਼ ਵੀ ਠਰਨਾ ਸ਼ੁਰੂ ਹੋ ਗਿਆ ਸੀ।
ਬਾਅਦ 'ਚ ਜਾ ਕੇ ਜਿਉਂ ਹੀ ਫਿਰ ਕਿਸੇ ਰੂਪ ਵਿੱਚ ਗੁਰਦੁਆਰਿਆਂ ਦਾ ਮੁੱਦਾ ਉੱਠ ਖੜਾ ਹੁੰਦਾ ਰਿਹਾ, ਜਿਵੇਂ ਕਿ 1930 ਵਿੱਚ ਦਿੱਲੀ ਵਿਖੇ ਗੁਰਦੁਆਰਾ ਸੀਸਗੰਜ ਤੇ ਫਿਰ 1935 ਵਿੱਚ ਲਾਹੌਰ ਵਿਖੇ ਸ਼ਹੀਦਗੰਜ ਦਾ ਮਸਲਾ ਉੱਠ ਖੜਾ ਹੋਇਆ ਸੀ, ਤਾਂ ਅੰਦੋਲਨ ਅੰਦਰ ਸਿੱਖ ਜਨਤਾ ਦੀ ਸ਼ਮੂਲੀਅਤ ਵਿੱਚ ਇੱਕਦਮ ਛੜੱਪਾ ਮਾਰ ਵਾਧਾ ਹੋ ਜਾਂਦਾ ਰਿਹਾ। ਭਾਰਤ ਦੀ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦੇ ਅੰਦੋਲਨ ਦੌਰਾਨ ਵੀ ਅਲੱਗ-ਅਲੱਗ ਮੌਕਿਆਂ 'ਤੇ ਗੁਰਦੁਆਰਿਆਂ ਦੀ ਬੇਅਦਬੀਆਂ ਦੀਆਂ ਟੁੱਟਵੀਆਂ ਕਹਿ ਰਹੀਆਂ ਵਾਰਦਾਤਾਂ ਅੰਦੋਲਨ ਨੂੰ ਲਗਾਤਾਰ ਤਿੱਖਾ ਵੇਗ ਮੁਹੱਈਆ ਕਰਦੀਆਂ ਰਹੀਆਂ। ਇਹ ਕੋਈ ਇਤਫਾਕੀਆ ਗੱਲ ਨਹੀਂ ਸੀ ਕਿ ਸਿੱਖ ਜਗਤ ਉੱਤੇ ਜਲਿਆਂਵਾਲੇ ਬਾਗ ਦੇ ਸਾਕੇ ਨਾਲੋਂ ਨਨਕਾਣਾ ਸਾਹਿਬ ਦੇ ਸਾਕੇ ਦਾ ਅਸਰ ਵਧੇਰੇ ਗਹਿਰਾ ਤੇ ਦੇਰ ਪਾ ਸਾਬਤ ਹੋਇਆ। ਹੁੰਦਾ ਵੀ ਕਿਉਂ ਨਾ, ਆਖਰਕਾਰ ਨਨਕਾਣਾ ਸਾਹਿਬ ਦੇ ਮਸਲੇ ਦਾ ਸੰਬੰਧ ਸਿੱਧੇ ਰੂਪ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਾਲ ਜੁੜਿਆ ਹੋਇਆ ਸੀ। ਆਪਣੇ ਗੁਰੂ ਦੀ ਕੋਈ ਵੀ ਯਾਦ ਨਿਸ਼ਾਨੀ ਸਿੱਖਾਂ ਲਈ ਵੱਡੇ ਮਾਇਨੇ ਰੱਖਦੀ ਹੈ। ਉਹ ਇਸ ਨੂੰ ਆਪਣੀ ਰੂਹਾਨੀ ਅਮਾਨਤ ਮੰਨ ਕੇ ਚੱਲਦੇ ਹਨ। ਇਸ ਕਰਕੇ ਬਕੌਲ ਪ੍ਰੋਫੈਸਰ ਪੂਰਨ ਸਿੰਘ, ਇਸ ਥੀਂ ਛੁੱਟ ਉਹਨਾਂ ਲਈ ਹੋਰ ਸਭ ਤੁੱਛ ਹੋ ਜਾਂਦਾ ਹੈ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਜੇਕਰ ਨਨਕਾਣਾ ਸਾਹਿਬ ਦਾ ਸਾਕਾ ਨਾ ਵਰਤਿਆ ਹੁੰਦਾ ਤਾਂ ਸਿੱਖ ਜਗਤ ਉੱਤੇ ਜਲਿਆਂਵਾਲੇ ਕਾਂਡ ਦਾ ਅਸਰ ਸ਼ਾਇਦ ਇੰਨਾ ਚਿਰ ਸਥਾਈ ਨਾ ਹੁੰਦਾ। ਇਹ ਤੱਥ ਵੀ ਗੌਰਤਲਬ ਹੈ ਕਿ ਨਨਕਾਣਾ ਸਾਹਿਬ ਦਾ ਸਾਕਾ ਵਰਤਿਆ ਤਾਂ ਸਿੱਖਾਂ ਨੇ ਆਪ ਮੁਹਾਰੇ ਹੀ ਹਜ਼ਾਰਾਂ ਦੀ ਗਿਣਤੀ 'ਚ ਅਕਾਲ ਤਖਤ ਸਾਹਿਬ ਵੱਲ ਵਹੀਰਾਂ ਘੱਤ ਦਿੱਤੀਆਂ ਸਨ, ਜਦੋਂ ਕਿ ਜਲਿਆਂਵਾਲੇ ਕਾਂਡ ਤੋਂ ਬਾਅਦ ਆਮ ਸਿੱਖ ਜਨਤਾ ਅੰਦਰ ਜਾਂ ਪੰਥਕ ਪ੍ਰੈਸ ਅੰਦਰ ਇਸ ਕਦਰ ਤਿੱਖੇ ਤੇ ਸਮੂਹਿਕ ਪ੍ਰਤੀਕਰਮ ਦਾ ਕੋਈ ਪ੍ਰਮਾਣ ਨਹੀਂ ਮਿਲਦਾ। ਬਰਤਾਨਵੀ ਰਾਜ ਮੌਕੇ ਸਿੱਖ ਰੈਜੀਮੈਂਟ ਦੇ ਇੱਕ ਗੋਰੇ ਅਫਸਰ ਮੇਜਰ A.E. ਬਾਰਸਟੋ ਨੇ ਇਹ ਗੱਲ ਬੁੱਝਣ 'ਚ ਰਤੀ ਉਕਾਈ ਨਹੀਂ ਸੀ ਕੀਤੀ ਕਿ ਅਕਾਲੀ ਅੰਦੋਲਨ ਅਰਥਾਤ ਗੁਰਦੁਆਰਾ ਸੁਧਾਰ ਲਹਿਰ ਆਪਣੇ ਬਾਹਰੀ ਇਜ਼ਹਾਰਾਂ ਪੱਖੋਂ ਭਲੇ ਹੀ ਰਾਜਨੀਤਕ ਤੇ ਧਾਰਮਿਕ ਸੀ, ਪਰੰਤੂ ਇਸ ਨੂੰ ਅੰਤਰੀਵ ਪ੍ਰੇਰਨਾ ਦੇਣ ਵਾਲਾ ਤੱਤ ਸਿੱਖਾਂ ਦਾ ਧਾਰਮਿਕ ਜੋਸ਼ ਸੀ। ਲਹਿਰ ਦੇ ਸੰਚਾਲਕਾਂ ਨੇ ਸਿੱਖਾਂ ਨੂੰ ਇਹ ਗੱਲ ਜਚਾ ਦਿੱਤੀ ਹੋਈ ਸੀ ਕਿ ਉਹਨਾਂ ਦਾ ਧਰਮ ਖਤਰੇ ਵਿੱਚ ਹੈ ਅਤੇ ਗੁਰੂ ਨੂੰ ਉਹਨਾਂ ਦੀਆਂ ਨਿੱਜੀ ਸੇਵਾਵਾਂ ਤੇ ਕੁਰਬਾਨੀਆਂ ਦੀ ਲੋੜ ਹੈ। ਇਸ ਧਾਰਮਿਕ ਹੁਲਾਸ ਵਿੱਚ ਰੰਗੇ ਜਥੇ ਰੋਜ਼ਾਨਾ ਦਰਬਾਰ ਸਾਹਿਬ ਤੋਂ ਕੂਚ ਕਰਦੇ ਰਹੇ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 55 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।